ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਦੀਪ ਸਿੰਘ ਹਰਦੀਪ ਓਵਰਸੀਜ਼ ਪਾਥਵੇ ਐਜੂਕੇਸ਼ਨ ਤੋਂ ਅੱਜ ਤੁਹਾਡੇ ਨਾਲ ਲਾਈਵ ਆ। ਅੱਜ ਦਾ ਜਿਹੜਾ ਟੌਪਿਕ ਹੈ ਲਾਈਵ ਦਾ, ਦੈਟ ਇਜ਼ ਯੂਕੇ ਸਟੂਡੈਂਟ ਵੀਜ਼ਾ, ਯੂਕੇ ਦੇ ਸਕਿੱਲ ਵਰਕਰ ਵੀਜ਼ਾਸ, ਜਿਹੜੇ ਸਾਡੇ ਕੋਲ ਯੂਕੇ ਦੇ ਸਕਿੱਲ ਵਰਕਰ ਵੀਜ਼ਾਸ ਹੈ, ਦੈਟ ਇਜ਼ ਉਹਦੇ ਵਿੱਚ ਕਿਹੜੀ ਕੈਟਾਗਰੀਜ਼ ਹੈ, ਕੀ ਰਿਕੁਆਇਰਮੈਂਟ ਹੈ, ਕਿੰਨੇ ਕੁ ਅਸੀਂ ਵੀਜ਼ਾਸ ਲੈ ਚੁੱਕੇ ਹਾਂ, ਕੀ ਸਕਸੈਸ ਰੇਟ ਚੱਲ ਰਿਹਾ। ਫਿਰ ਅਸੀਂ ਗੱਲ ਕਰਾਂਗੇ ਸਟੂਡੈਂਟ ਵੀਜ਼ਾ ਦੇ ਵਿੱਚ ਇਸ ਵੇਲੇ ਸਪਟੈਂਬਰ ਇਨਟੇਕ ਦੀਆਂ ਰਿਕੁਆਇਰਮੈਂਟਸ ਕੀ ਹੈ, ਕਿਹੜੀਆਂ ਯੂਨੀਵਰਸਿਟੀਜ਼ ਦੇ ਵਿੱਚ ਕਿਹੜੇ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਬੱਚੇ ਸਾਡੇ ਉੱਥੇ ਐਡਜਸਟ ਹੋ ਸਕਦੇ ਆ, ਉਹਦੇ ਬਾਰੇ ਗੱਲ ਕਰਾਂਗੇ। ਇਹ ਸਾਰੀ ਗੱਲਬਾਤ ਨੂੰ ਜਦੋਂ ਅਸੀਂ ਕੰਟੀਨਿਊ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਕੁਝ ਤੁਹਾਨੂੰ ਦਿਖਾਉਣਾ ਚਾਹੂੰਗਾ। ਵੀ ਆਰ ਹੈਵਿੰਗ 2 ਪਾਸਪੋਰਟਸ, ਇੱਕ ਦੋ ਜਿਹੜੇ ਹੁਣ ਸਾਡੇ ਕੋਲ ਅੱਜ ਰਿਸੀਵ ਹੋਏ ਆ ਯੂਕੇ ਸਕਿੱਲ ਵਰਕਰ ਵੀਜ਼ਾ ਦੇ। ਯੈਸ ਦੋਸਤੋ, ਯੂਕੇ ਸਕਿੱਲ ਵਰਕਰ ਵੀਜ਼ਾ ਇਹ ਇੱਕ ਬਹੁਤ ਜ਼ਿਆਦਾ ਹਾਈ ਇਨ ਡਿਮਾਂਡ ਹੈ। ਯੂ ਕੈਨ ਸੀ, ਇਫ ਯੂ ਕੈਨ ਸੀ ਡੀ ਸਕਿਲਡ ਵਰਕਰ ਮਾਈਗ੍ਰੈਂਟ, ਡੀ ਸਕਿਲਡ ਵਰਕਰ ਮਾਈਗ੍ਰੈਂਟ। ਹੁਣ ਮੈਂ ਤੁਹਾਨੂੰ ਇਹ ਲਾਗਿਓਂ ਨਹੀਂ ਦਿਖਾ ਸਕਦਾ ਬਿਕੋਜ਼ ਇਹਦੇ ਵਿੱਚ ਕੈਂਡੀਡੇਟ ਦੀ ਸਾਰੀ ਡਿਟੇਲਸ ਹੈਗੀਆਂ। ਦਿਸ ਇਜ਼ ਹੈਲਥ ਕੇਅਰ ਵੀਜ਼ਾ, ਇਹਦੀ BRP ਦੀ ਲੈਟਰ ਇਜ਼ ਸੇਇੰਗ ਵੀਜ਼ਾ ਇਜ਼ ਫॉर 3 years ਅਪ ਟੂ 17 ਜੁਲਾਈ 2025। ਔਰ ਇਹ ਫਿਲਹਾਲ ਰਾਜਦੀਪ ਕੌਰ ਸਿੰਗਲ ਹੈ, ਬਟ ਇਹ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦੀ ਹੈ। ਆਪਣੇ ਕਿਡਸ ਅਗਰ ਹੋ ਜਾਂਦੇ ਤਾਂ ਉਹਨਾਂ ਨੂੰ ਵੀ ਨਾਲ ਵਰਕ ਰਾਈਟ ਇਹਦੇ ਮਿਲਦੇ ਆ। ਐਂਡ ਸੈਕਿੰਡ ਕੈਂਡੀਡੇਟ ਇਜ਼ ਮਮਤਾ, ਇਹਦਾ ਵੀ ਸੇਮ ਸਾਡੇ ਕੋਲ ਪਾਸਪੋਰਟ ਜਿਹੜਾ ਅੱਜ ਰਿਸੀਵ ਹੋਇਆ। ਮਮਤਾ ਵੀ ਸਿੰਗਲ ਹੈ, ਇਹ ਵੀ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦੀ ਹੈ। ਸੋ ਦੋਸਤੋ, ਯੂਕੇ ਸਕਿੱਲ ਵਰਕਰ ਵੀਜ਼ਾ, ਇਹਦੇ ਵਿੱਚ ਉਹਨਾਂ ਸਾਰੇ ਕੈਂਡੀਡੇਟਸ ਨੂੰ ਹੁਣ ਤੱਕ ਜਿਹੜੇ ਸਾਡੇ 10-12 ਵੀਜ਼ਾ ਇਹਦੇ ਵਿੱਚ ਲੱਗ ਚੁੱਕੇ, ਉਹਨਾਂ ਸਾਰੇ ਕੈਂਡੀਡੇਟਸ ਨੂੰ ਬਹੁਤ ਵਧਾਈ ਪਹਿਲਾਂ। ਔਰ ਜਿਹੜੇ ਸਾਡੇ ਕੋਲ ਕੈਂਡੀਡੇਟ ਹੈਗੇ ਆ ਇਸ ਵੇਲੇ, ਔਰ ਧੰਨਵਾਦ ਵੀ ਦਿੰਦਾ ਕਿ ਇਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ। ਦੋਸਤੋ, ਹੁਣ ਜਿਹੜੀ ਗੱਲਬਾਤ ਦਾ ਆਪਾਂ ਟੌਪਿਕ ਤੇ ਵਾਪਸ ਆਉਂਦੇ ਹਾਂ। ਇਸ ਵੇਲੇ ਯੂਕੇ ਇੱਕ ਸ਼ੁਰੂ ਦੇ ਵਿੱਚ ਇਹ ਹੁੰਦਾ ਸੀਗਾ ਕਿ ਯੂਕੇ ਨਹੀਂ ਜਾਣਾ, ਯੂਕੇ ਪੱਕਾ ਨਹੀਂ ਕਰਦਾ, ਔਰ ਫਿਰ ਯੂਕੇ ਪਤਾ ਨਹੀਂ ਵਰਕ ਪਰਮਿਟ ਦਿੰਦਾ ਕਿ ਨਹੀਂ ਦਿੰਦਾ, ਇਹਦੇ ਵਿੱਚ ਵੀ ਸੀਗਾ। ਤੇ ਮੈਂ ਤੁਹਾਨੂੰ ਸਟਿਲ ਦਿਖਾ ਰਿਹਾ ਕਿ ਸਾਡੇ ਕੋਲ ਇੱਥੋਂ ਹੀ ਵਰਕ ਰਾਈਟਸ ਵਾਲੇ, ਅਸੀਂ ਇੱਥੋਂ ਹੀ ਵਰਕ ਰਾਈਟ ਹੈਗੇ ਸਾਡੇ ਕੋਲ। ਤੇ ਅਗਰ ਕਿਸੇ ਕੈਂਡੀਡੇਟ ਨੇ, ਅਗਰ ਉਹ 10+2 ਹੈ, ਉਸ ਤੋਂ ਬਾਅਦ ਚੋਂ ਕੁਝ ਡੈਂਟਿੰਗ ਪੇਂਟਿੰਗ, ਕਾਰ ਡੈਂਟਿੰਗ ਪੇਂਟਿੰਗ ਦੇ ਵਿੱਚ ਉਹਦਾ ਕੋਈ ਮੁਹਾਰਤ ਹਾਸਲ ਹੈ ਜਾਂ ਉਹਨੇ ਸਕਿੱਲਸ ਲਈ ਹੋਈ ਹੈ, ਪੇਂਟਰ ਦੀ ਜੌਬ ਸ਼ਾਪ ਤੇ ਲੱਗਾ ਹੋਇਆ ਕੋਈ ਐਕਸਪੀਰੀਅੰਸ ਹੈਗਾ, ਉਹ ਬੱਚਾ ਵੀ ਯੂਕੇ ਸਕਿੱਲ ਵਰਕਰ ਵੀਜ਼ਾ 'ਚ ਅਪਲਾਈ ਕਰ ਸਕਦਾ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਕਿ ਹੈਲਥ ਕੇਅਰ ਵੀਜ਼ਾਸ ਦੇ ਵਿੱਚ ਅਸੀਂ ਵੀਜ਼ਾਸ ਲੈ ਹੀ ਚੁੱਕੇ ਹਾਂ। ਸਾਡੇ ਕੋਲ 1-2 ਵੈਕੈਂਸੀਜ਼ ਆਈਆਂ ਸੀਗੀਆਂ, ਦੈਟ ਵਾਜ਼ ਡੇਅਰੀ ਫਾਰਮਿੰਗ ਦੇ, ਜਿਹੜੇ ਬੱਚਾ ਨੌਲੇਜ ਰੱਖਦੇ ਆ ਮੱਝਾਂ ਗਾਵਾਂ ਨੂੰ ਹੈਂਡਲ ਕਰਨ ਲਈ, ਟੇਕ ਕੇਅਰ ਕਰਨ ਦੇ ਲਈ, ਉਹਨਾਂ ਦੀ ਵੀ ਸਾਡੇ ਕੋਲ ਜਿਹੜੀ ਹੈਗੀ ਹੈ ਰਿਕੁਆਇਰਮੈਂਟ ਸੀਗੀ, ਬਟ ਉਹ ਫੁੱਲਫਿਲ ਹੋ ਚੁੱਕੀ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਤੁਹਾਨੂੰ ਮਤਲਬ ਉਹਦੀ ਮਾਰਕੀਟਿੰਗ ਕਰਦੇ ਹੀ ਨਹੀਂ, ਕਿਉਂਕਿ ਉਹ ਸਾਡੇ ਆਲਰੇਡੀ ਪਾਈਪਲਾਈਨ ਦੇ ਵਿੱਚ ਕਲਾਇੰਟ ਸੀਗੇ, ਅਸੀਂ ਉਹਨਾਂ ਨੂੰ ਉਹਦੇ ਵਿੱਚ ਫਿੱਟ ਕਰ ਦਿੱਤਾ। ਤੇ ਹੁਣ ਇਸ ਵੇਲੇ ਸਾਡੇ ਕੋਲ ਹੈਲਥ ਕੇਅਰ ਵੀਜ਼ਾਸ ਹੈਗੇ ਆ, ਕਾਰ ਡੈਂਟਿੰਗ ਪੇਂਟਿੰਗ ਹੈਗੇ ਆ, ਈਵਨ ITs ਦੇ ਵਿੱਚ ਕੋਈ ਅਪਲਾਈ ਕਰਨਾ ਚਾਹੁੰਦਾ, ਲੈਕਚਰਰਸ ਹੈਗੇ ਆ ਜਿਹੜੇ ਸਕੂਲਸ ਦੇ ਵਿੱਚ ਹੈ, ਈਵਨ ਬਿਜ਼ਨਸਮੈਨ ਹੈ। ਮੈਂ ਹੁਣ ਅਗਲੇ ਕੁਝ ਦਿਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹੜੇ ਹੋਰ ਵੀਜ਼ਾਸ ਇਹਦੇ ਵਿੱਚ ਯੂ ਕੈਨ, ਜੋ ਮੈਂ ਗੱਲ ਕਰਦਾ ਦੋਸਤੋ, ਇਹਨੂੰ ਤੁਸੀਂ gov.uk www.gov.uk ਤੇ ਜਾ ਕੇ ਤੁਸੀਂ ਇਹਨੂੰ ਸਿਲੈਕਟ ਕਰਕੇ ਤੇ ਇੱਥੇ ਸਾਰਾ ਕੁਝ ਚੈੱਕ ਕਰ ਸਕਦੇ ਹੋ ਕਿ ਵਟ ਐਵਰ ਆਈ ਐਮ ਟਾਕਿੰਗ ਟੂ ਯੂ, ਵਟ ਆਈ ਐਮ ਸੇਇੰਗ, ਦਿਸ ਇਜ਼ 100% ਐਕੂਰੇਟ ਐਂਡ ਵੈਰੀਫਾਈਏਬਲ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਨੂੰ ਦੇ ਰਿਹਾ। ਜਦੋਂ ਕਿਸੇ ਨੇ ਵੀ ਵੀਜ਼ਾ ਅਪਲਾਈ ਕਰਨਾ ਯੂਕੇ ਦਾ, ਪਹਿਲੀ ਗੱਲ ਤੇ ਦੋਸਤੋ ਜਿਹੜੇ ਵੀਜ਼ਾਸ ਇਹ ਹੈਗੇ ਸਟੂਡੈਂਟ ਵੀਜ਼ਾ ਤੋਂ ਬਾਅਦ ਚੋਂ ਵੀ ਵਰਕ ਰਾਈਟ ਹੈਗਾ, ਸਟੂਡੈਂਟ ਵੀਜ਼ਾ ਦੇ ਨਾਲ ਵੀ ਵਰਕ ਰਾਈਟ ਹੈਗਾ, ਬਾਅਦ ਚੋਂ ਵਰਕ ਪਰਮਿਟ ਵੀ ਹੈਗਾ, ਵਰਕ ਪਰਮਿਟ ਤੋਂ ਬਾਅਦ ਚੋਂ PR ਵੀ ਹੈਗੀ ਹੈ। ਇਹ ਉਹ ਭੁਲੇਖੇ ਕੱਢ ਦੇਣ ਜਿਹੜੇ ਕਹਿੰਦੇ ਸੀ, ਜਿਹੜੇ ਹੱਲੇ ਵੀ ਯੂਕੇ ਨੂੰ ਜਾਂਦੇ ਹੋ 3 ਸਾਲ ਤੇ ਬੱਚਿਆਂ ਨੂੰ ਹੋ ਗਏ 3 ਸਾਲ ਦੇ ਵਿੱਚ, ਉਹ ਬੱਚੇ ਜਿਹੜੇ ਵਰਕ ਪਰਮਿਟ ਵੀ ਲੈ ਚੁੱਕੇ ਆ, ਪੋਸਟ ਸਟੱਡੀ ਵਰਕ ਪਰਮਿਟ ਲੈ ਚੁੱਕੇ, ਪੋਸਟ ਸਟੱਡੀ ਵਰਕ ਪਰਮਿਟ ਤੋਂ ਬਾਅਦ ਚੋਂ ਵੀ ਅਗਲਾ ਜਿਹੜਾ ਵਰਕ ਪਰਮਿਟ ਲੈ ਚੁੱਕੇ ਆ। ਇੰਨੀਆਂ ਸਾਰੀਆਂ ਜਿਹੜੀਆਂ ਗੈਸਟ ਹੈਗੇ ਆ, ਉਹ ਇੰਨੇ ਸਾਰੇ ਜਿਹੜੇ ਸਟੂਡੈਂਟ ਆਪਣਾ ਅੱਗੇ ਫਿਊਚਰ ਬਣਾ ਚੁੱਕੇ ਆ। ਹੱਲੇ ਵੀ ਅਗਰ ਇਹ ਭੁਲੇਖਾ ਕਿਸੇ ਕੈਂਡੀਡੇਟ ਨੂੰ ਜਾਂ ਉਹਦੇ ਪਰਿਵਾਰ ਨੂੰ ਕਿ ਪਤਾ ਨਹੀਂ ਯੂਕੇ 'ਚ ਪੱਕੇ ਨਹੀਂ ਹੁੰਦਾ, ਤੇ ਇਹ ਭੁਲੇਖਾ ਉਹਦੇ ਨਾਲ ਮਤਲਬ ਦੈਟ ਇਜ਼ ਵੈਰੀ ਸੈਡ ਸਿਚੁਏਸ਼ਨ। ਕਿਉਂਕਿ ਅਸੀਂ ਜਿਹੜੇ ਸ਼ਿਕਾਰ ਹੁੰਦੇ ਆ ਧੋਖਾਧੜੀ ਦਾ, ਅਸੀਂ ਜਿਹੜਾ ਸ਼ਿਕਾਰ ਹੁੰਦੇ ਆ, ਸਾਡੇ ਨਾਲ ਸਾਡਾ ਪੈਸਾ ਖਰਾਬ ਹੁੰਦਾ ਜਾਂ ਸਮਾਂ ਖਰਾਬ ਹੁੰਦਾ, ਉਹ ਸਿਰਫ
ਲੈਕ ਆਫ ਨੌਲੇਜ ਕਰਕੇ ਹੀ ਖਰਾਬ ਹੁੰਦੇ ਆ। ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿੰਦਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚਿਆਂ ਕੋਲੋਂ ਐਕਸਟਰਾ ਮਨੀ ਇਸ ਚੀਜ਼ ਦੀ ਲਈ ਗਈ, CAQ ਲੈਟਰ ਦੇ 50,000 ਲੱਖ ਰੁਪਈਆ CAQ ਲੈਟਰ ਦਾ ਲੈ ਗਿਆ, ਜਿਹੜਾ ਕਿ 8,000 ਰੁਪਈਆ ਖਰਚਾ ਸੀਗਾ। ਫਿਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚਿਆਂ ਕੋਲੋਂ 5.5 ਬੈਂਡ ਜਿਹਨਾਂ ਦੇ ਸੀ, ਉਹਨਾਂ ਨੂੰ ਆਫਰ ਲੈਟਰ ਦੇ ਉੱਤੇ 50,000 ਰੁਪਈਆ ਕੰਸਲਟੈਂਟਸ ਨੇ ਚਾਰਜ ਕੀਤਾ, ਜਦਕਿ ਉਹ ਅਗਰ ਤੇ ਜਾਂ ਤੇ ਫ੍ਰੀ ਆਫ ਕਾਸਟ ਹੁੰਦੀ ਹੈ ਜਾਂ ਉਹਦੇ $100 ਤੱਕ ਦਾ ਮੈਕਸਿਮਮ ਖਰਚਾ ਹੁੰਦਾ, ਜਿਹੜਾ 5-6,000 ਰੁਪਈਆ ਬਣਦਾ। ਸੋ ਜਿਹੜੀ ਲੈਕ ਆਫ ਨੌਲੇਜ ਆ, ਲੈਕ ਆਫ ਨੌਲੇਜ ਹੀ ਹਮੇਸ਼ਾ ਤੁਹਾਨੂੰ ਤੁਹਾਡੇ ਜਿਹੜੇ ਖਰਚੇ ਹੈਗੇ ਆ, ਤੁਹਾਡੀ ਜਿਹੜੀ ਤੁਹਾਨੂੰ ਕਿਸੇ ਦੇ ਵੀ ਠੱਗੀ ਦਾ ਸ਼ਿਕਾਰ ਕਰਦੀ ਹੈ। ਹੁਣ ਇਹ ਲੈਕ ਆਫ ਨੌਲੇਜ ਹੀ ਤੁਹਾਡੀ ਜਿਹੜੀ ਹੈਗੀ, ਇਹਨੂੰ ਆਊਟਕਮ ਤੁਸੀਂ ਕਰ ਲੈਂਦੇ ਆ, ਤੁਹਾਡੀ ਨੌਲੇਜ ਹੋ ਜਾਂਦੀ ਹੈ ਕਿ ਤੁਹਾਨੂੰ ਪਤਾ ਕਿ ਕਿਸ ਪ੍ਰੋਫਾਈਲ ਦੇ ਨਾਲ ਬੱਚਾ ਜਾ ਸਕਦਾ, ਕਿ ਅੱਗੇ ਜਾ ਕੇ ਵਰਕ ਰਾਈਟ ਹੈਗੇ ਆ ਕਿ ਨਹੀਂ ਹੈਗੇ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਸਮਝ ਲੈਂਦੇ ਆ, ਹੁਣ ਮੈਂ ਕੁਝ ਵੀਜ਼ਾਸ ਹੋਰ ਇੰਟਰੋਡਿਊਸ ਕਰਨ ਜਾ ਰਿਹਾ, ਥੋੜੇ ਦਿਨ ਤੱਕ ਉਹਦੇ ਬਾਰੇ ਹੋਰ ਡਿਟੇਲ ਜਾਣਕਾਰੀ ਤੁਹਾਨੂੰ ਦਵਾਂਗਾ। ਜੇ ਉਹਦੇ ਵਿੱਚ ਹੈਗਾ UK ਦਾ ਸਟਾਰਟਅਪ ਵੀਜ਼ਾ, ਕੋਈ ਬਿਜ਼ਨਸਮੈਨ ਉੱਥੇ ਜਾ ਕੇ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਔਰ ਬਹੁਤ ਹੀ ਘੱਟ ਖਰਚੇ 'ਚ, ਇਹ ਨਹੀਂ ਕਿ ਉਹਨੇ ਕਰੋੜਾਂ ਰੁਪਏ ਲਗਾਣੇ, ਜਿੱਦਾਂ ਜਸਟ ਲਾਈਕ ਕੈਨੇਡਾ ਅਗਰ ਤੁਸੀਂ ਬਿਜ਼ਨਸ ਸਟਾਰਟ ਕਰਨਾ ਤੁਹਾਨੂੰ 50 ਲੱਖ ਤੋਂ ਸਟਾਰਟ ਹੁੰਦਾ, ਮਤਲਬ 50 ਵੀ ਨਹੀਂ, ਹੁਣ 60 ਲੱਖ ਹੋ ਗਿਆ ਅਗਰ $1 ਲੱਖ ਦੀ ਗੱਲ ਕਰਦੇ ਆ। ਤੇ ਇੱਦਾਂ ਹੀ ਅਗਰ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਉਹ ਸਟਾਰਟ ਹੁੰਦਾ ਬਿਜ਼ਨਸ ਕੋਈ ਵੀ 2.5 ਕਰੋੜ ਤੋਂ 3 ਕਰੋੜ ਤੋਂ, ਜਾਂ ਕੈਨੇਡਾ ਦੇ ਵਿੱਚ ਵੀ 2-2.5 ਕਰੋੜ ਤੋਂ ਥੱਲੇ ਬਿਜ਼ਨਸ ਕੋਈ ਅੱਛਾ ਨਹੀਂ ਮਿਲਦਾ। ਪਰ UK ਦੇ ਵਿੱਚ ਤੁਸੀਂ ਸਟਾਰਟ ਕਰ ਸਕਦੇ ਹੋ ਬਿਜ਼ਨਸ ਵਿਦਆਊਟ ਇੰਨੇ ਜ਼ਿਆਦਾ ਪੈਸੇ ਲਾਏ। ਉਹਦੇ ਵਿੱਚ 3 ਸਾਲ ਦਾ ਵੀਜ਼ਾ ਤੁਹਾਨੂੰ ਇੱਥੋਂ ਮਿਲਦਾ, 3 ਸਾਲ ਦੇ ਵੀਜ਼ੇ ਤੋਂ ਬਾਅਦ ਤੁਸੀਂ ਪਰਮਾਨੈਂਟ ਉੱਥੇ ਰੈਜ਼ੀਡੈਂਟ ਹੋ ਸਕਦੇ ਆ। 3 ਸਾਲ ਦੇ ਵੀਜ਼ੇ ਤੋਂ ਬਾਅਦ ਚੋਂ ਇਨੋਵੇਟਰ ਵੀਜ਼ਾ ਵੀ ਅਸੀਂ ਇੱਥੋਂ ਹੀ ਲਗਾ ਸਕਦੇ ਹਾਂ। ਇਨੋਵੇਟਰ ਵੀਜ਼ਾ ਕਿਹੜਾ ਹੈਗਾ, ਅਗਰ ਤੁਹਾਡੀ ਕੋਈ ਇਨੋਵੇਸ਼ਨ ਹੈਗੀ ਆ, ਤੁਸੀਂ ਕੋਈ ਉੱਥੇ ਜਾ ਕੇ ਕੋਈ ਐਸਾ ਬਿਜ਼ਨਸ ਕਰਨਾ ਚਾਹੁੰਦੇ ਜਿਹੜਾ ਉੱਥੇ ਬਿਜ਼ਨਸ ਦੀ ਹਲੇ ਹੈ ਨਹੀਂ ਹੈ, ਉਹ ਬਿਜ਼ਨਸ ਬਹੁਤ ਘੱਟ ਲੋਕੀ ਕਰਦੇ, ਤੁਸੀਂ ਇਦਾਂ ਦਾ ਕੋਈ ਬਿਜ਼ਨਸ ਕਰਨਾ ਚਾਹੁੰਦੇ ਆ, ਉਹਦੇ ਵਿੱਚ ਵੀ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ ਕਿ ਜਿਹੜੇ ਉੱਥੇ ਕਿੱਦਾਂ ਦੇ ਇਦਾਂ ਦੇ ਬਿਜ਼ਨਸ ਆ ਜਿਹੜੇ ਤੁਸੀਂ। ਹੁਣ ਇਹਦੇ ਵਿੱਚ ਕੌਣ ਜਾ ਸਕਦਾ, ਇਹਦੇ ਵਿੱਚ ਉਹ ਸਾਰੇ ਜਾ ਸਕਦੇ ਜਿਹਨਾਂ ਕੋਲ ਗੈਪ ਹੈ, ਜਿਹੜੇ ਪੈਸਾ ਲਾਉਣ ਨੂੰ ਠੀਕ ਹੈਗੇ ਆ ਔਰ ਆਇਲਸ ਪੜ੍ਹਾਈ ਦੇ ਵਿੱਚ +2 ਹੀ ਕੀਤੀ ਹੈ, ਕੋਈ ਬਹੁਤਾ ਜ਼ਿਆਦਾ, ਕਿਉਂਕਿ ਦੇ ਕੈਨ ਸ਼ੋ ਦੈਮਸੈਲਫ ਐਜ਼ ਏ ਬਿਜ਼ਨਸਮੈਨ। ਅਗਰ ਉਹ ਆਪਣੇ ਆਪ ਨੂੰ ਬਿਜ਼ਨਸਮੈਨ ਸ਼ੋ ਕਰ ਸਕਦੇ ਤੇ ਉਹ ਇਸ ਵੀਜ਼ਾ ਦੇ ਉੱਤੇ ਆਪਣੀ ਫੈਮਿਲੀ ਦੇ ਨਾਲ ਬੱਚਿਆਂ ਸਮੇਤ UK ਸੈਟਲ ਹੋ ਸਕਦੇ। ਇਨੋਵੇਟਰ ਵੀਜ਼ਾ ਤੁਹਾਨੂੰ 3 ਸਾਲ ਬਾਅਦ PR ਦੀ ਆਪਸ਼ਨ ਦਿੰਦਾ, ਜਿਹੜਾ ਦੂਸਰਾ ਵੀਜ਼ਾ ਸਟਾਰਟਅਪ ਵੀਜ਼ਾ ਉਹ 5 ਸਾਲ ਬਾਅਦ PR ਦੀ ਆਪਸ਼ਨ ਦਿੰਦਾ ਤੁਹਾਨੂੰ, PR ਜਿਹੜੀ ਤੁਹਾਨੂੰ ਮਿਲਦੀ ਹੈ। ਜਿਹੜਾ ਸਕਿੱਲ ਵਰਕਰ ਵੀਜ਼ਾ, ਜਿਹੜੇ ਆ ਸਾਡੇ ਕੋਲ ਵੀਜ਼ਾਸ ਹੈਗੇ ਆ, ਜਿਹੜੇ ਮੈਂ 2 ਵੀਜ਼ਾਸ ਦੀ ਗੱਲ ਕਰ ਰਿਹਾ, ਹੈਲਥ ਕੇਅਰ ਵੀਜ਼ਾ ਹੋ ਗਿਆ, ਜਾਂ ਡੈਂਟਿੰਗ ਪੇਂਟਿੰਗ ਦੇ ਵਿੱਚ ਹੋ ਗਿਆ, ਜਾਂ ਡੇਅਰੀ ਫਾਰਮਿੰਗ ਦੇ ਵਿੱਚ ਹੋ ਗਿਆ, ਜਾਂ ਕਿਸੇ ਵੀ ਹੋਰ ਚੀਜ਼ ਦੇ ਵਿੱਚ ਹੋ ਗਿਆ, ਤੇ ਇਹ ਵੀਜ਼ਾਸ ਤੁਹਾਨੂੰ 5 ਸਾਲ ਬਾਅਦ ਪਰਮਾਨੈਂਟ ਹੋਣ ਦੀ ਜਿਹੜੀ ਪ੍ਰੋਵੀਜ਼ਨ ਦਿੰਦੇ ਆ। ਪ੍ਰੋਫਾਈਲ ਤੁਹਾਨੂੰ ਮੈਂ ਦੱਸ ਦਿੰਦਾ, ਅਗਰ ਪਹਿਲਾਂ ਸਟੂਡੈਂਟ ਵੀਜ਼ਾ ਦੀ ਗੱਲ ਕਰ ਲੈਂਦੇ ਦੋਸਤੋ। ਸਟੂਡੈਂਟ ਵੀਜ਼ਾ ਇਸ ਵੇਲੇ ਬੱਚਾ +2 ਹੈ, ਵਿਦਆਊਟ ਆਇਲਸ ਜਾਣਾ ਚਾਹੁੰਦਾ, 2020 ਜਾਂ 21 ਪਾਸ ਆਊਟ ਹੈ, 22 ਪਾਸ ਆਊਟ ਹੈ, ਇਹ 3 ਸਾਲ ਦਾ ਪਾਸ ਆਊਟ ਵਾਲੇ ਬੱਚੇ ਵਿਦਆਊਟ ਆਇਲਸ UK ਜਾ ਸਕਦੇ ਔਰ ਪੇਮੈਂਟ ਸਾਰੀ ਆਫਟਰ ਵੀਜ਼ਾ ਦੇ ਸਕਦੇ। ਕੋਈ ਪੇਮੈਂਟ ਦੀ ਕੋਈ ਉਹਨਾਂ ਨੂੰ ਇਦਾਂ ਦਾ ਲੈਣ ਦੀ ਲੋੜ ਨਹੀਂ ਹੈ ਕਿ ਕੋਈ ਪੇਮੈਂਟ ਸਾਡਾ ਨੁਕਸਾਨ ਹੋਏਗਾ ਜਾਂ ਕੁਝ ਵੀ। ਆਲ ਪੇਮੈਂਟ ਆਫਟਰ ਵੀਜ਼ਾ, 1 ਰੁਪਿਆ ਵੀ ਸਾਨੂੰ ਐਡਵਾਂਸ 'ਚ ਨਹੀਂ ਦੇਣਾ। ਸੈਕਿੰਡ ਥਿੰਗ ਆ ਜਾਂਦੀ ਹੈ ਕਿ ਅਗਰ ਤੁਹਾਨੂੰ ਬੈਚਲਰ ਹੋ, ਤੁਸੀਂ ਮਾਸਟਰ ਪ੍ਰੋਗਰਾਮ ਦੇ ਲਈ ਜਾਣਾ, ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਗ੍ਰੈਜੂਏਸ਼ਨ ਤੁਹਾਡੀ 2017 ਪਾਸ ਆਊਟ ਵਿਦਆਊਟ ਆਇਲਸ ਦੀ ਗੱਲ ਕਰ ਰਿਹਾ, 2017 ਪਾਸ ਆਊਟ ਹੋਣੀ ਚਾਹੀਦੀ ਹੈ। ਪਰਸੈਂਟੇਜ 55% ਹੈ ਤਾਂ ਤੁਸੀਂ ਵਿਦਆਊਟ ਆਇਲਸ ਐਡਮਿਸ਼ਨ ਲੈ ਸਕਦੇ ਹੋ। ਇਹਦੇ ਨਾਲ ਫੈਮਿਲੀ ਜਾ ਸਕਦੀ ਹੈ, ਬੱਚੇ, ਕਿਡਸ, ਸਪਾਊਸ ਨੂੰ ਫੁੱਲ ਵਰਕ ਰਾਈਟ ਹੈ, ਕਿਡਸ ਨੂੰ ਜਿਹੜੀ ਹੈ ਉਹ ਜਿਹੜੀ ਸਕਾਲਰਸ਼ਿਪ ਦੇ ਨਾਲ ਪੜ੍ਹਾਈ ਮਿਲ ਜਾਂਦੀ ਹੈ, ਜਿਹੜੀ ਸਸਤੀ ਪੜ੍ਹਾਈ ਹੁੰਦੀ ਹੈ ਉੱਥੇ। ਇਹਦੇ ਨਾਲ ਸਾਰੀ ਫੈਮਿਲੀ ਸੈਟਲ ਹੋ ਜਾਂਦੀ। 1 ਸਾਲ ਦੀ ਮਾਸਟਰ ਕਰਨ ਤੋਂ ਬਾਅਦ 'ਚੋਂ ਤੁਹਾਨੂੰ ਜਿਹੜੀ ਐਲੀਜੀਬਿਲਟੀ ਉੱਥੇ ਮਿਲਦੀ ਹੈ ਉਹ ਅੱਗੇ ਵਰਕ ਪਰਮਿਟ ਦੀ। ਇਹ 1 ਸਾਲ ਦੀ ਮਾਸਟਰ ਤੋਂ ਬਾਅਦ 'ਚੋਂ ਸਾਰੇ ਬੱਚੇ ਆਲਮੋਸਟ ਵਰਕ ਪਰਮਿਟ ਲੈ ਚੁੱਕੇ ਆ, ਜਿੰਨੇ ਬੱਚੇ ਗਏ ਜਿਨ੍ਹਾਂ ਨੇ ਮਾਸਟਰਸ ਕੰਪਲੀਟ ਕੀਤੀ ਹੈ। ਉਸ ਤੋਂ ਬਾਅਦ 1 ਸਾਲ ਦੀ ਮਾਸਟਰ ਤੋਂ ਬਾਅਦ 'ਚੋਂ ਨੈਕਸਟ ਵਾਰੀ ਆ ਜਾਂਦੀ ਤੁਹਾਡੀ ਦੈਟ ਇਜ਼ ਵਰਕ ਪਰਮਿਟ ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਜਿਹੜਾ ਸਕਿੱਲ ਵਰਕਰ ਵੀਜ਼ਾ ਹੈਗਾ। ਸਕਿੱਲ ਵਰਕਰ ਵੀਜ਼ਾ ਅਸੀਂ ਇੱਥੋਂ ਹੀ, ਅਗਰ ਕੋਈ ਬੱਚਾ ਉੱਥੇ ਗਿਆ ਜਿਨ੍ਹਾਂ ਦੇ ਮਾਪੇ ਚਾਹੁੰਦੇ ਕਿ ਇਹਨਾਂ ਨੂੰ ਪੜ੍ਹਾਈ ਤੋਂ ਛੁਟਕਾਰਾ ਮਿਲ ਜਾਏ ਤਾਂ ਸਿੱਧਾ ਸਕਿੱਲ ਵਰਕਰ ਦੇ ਵਿੱਚ ਮਿਲ ਜਾਏ, ਜਾਂ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਵੀ ਉਹ ਨੌਕਰੀ ਲੈਣਾ ਚਾਹੁੰਦਾ, ਉਹਦੇ ਲਈ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। UK ਦੇ ਵਿੱਚ ਸਾਡੇ ਆਫਿਸਸ ਹੈ, 2 ਆਫਿਸ ਆ ਸਾਡਾ UK ਦੇ ਵਿੱਚ, ਤੇ ਉਹ UK ਦੇ ਆਫਿਸ ਤੁਹਾਨੂੰ ਹਰ ਚੀਜ਼ ਦੇ ਲਈ ਉੱਥੇ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ। ਕਿਸੇ ਤਰ੍ਹਾਂ ਦੀ ਵੀ ਕੋਈ ਤਕਲੀਫ ਹੈਗੀ ਆ, ਕੋਈ ਯੂਨੀਵਰਸਿਟੀ ਨੂੰ ਲੈ ਕੇ, ਕੋਈ
ਜੌਬ ਨੂੰ ਲੈ ਕੇ, ਕੋਈ ਅਕੋਮੋਡੇਸ਼ਨ ਨੂੰ ਲੈ ਕੇ, ਉਹ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਈਵਨ ਦੋ ਆਲ ਪੇਮੈਂਟ ਆਫਟਰ ਵੀਜ਼ਾ, ਜੇ ਤੁਸੀਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਆ ਜਾਂ ਸਕਿੱਲ ਵਰਕਰ ਵੀਜ਼ਾ ਦੀ ਗੱਲ ਕਰਦੇ ਆ, ਇਹ ਸਾਰਿਆਂ ਦੇ ਵਿੱਚ ਤੁਸੀਂ ਪੇਮੈਂਟ ਆਫਟਰ ਵੀਜ਼ਾ ਵੀ ਦੇ ਸਕਦੇ ਹੋ ਸਾਨੂੰ। ਮੈਂ ਇਸ ਵੇਲੇ ਮੈਂ ਗੱਲ ਕਰਦਾ ਫਿਰ ਦੁਬਾਰਾ ਵਿਦਆਊਟ ਆਈਐਲਸ ਦੇ ਵਿੱਚ ਜਿਹੜੇ ਬੱਚੇ 2000 ਪਲੱਸ 2 ਤੋਂ ਬਾਅਦ ਚ 2020 ਕੀ ਪਾਸ ਆਊਟ ਹੈਗੇ ਔਰ 60% ਸਕੋਰ ਹੈ ਓਵਰਆਲ ਔਰ 60% ਹੈ ਇੰਗਲਿਸ਼ ਚੋਂ, ਉਹ ਵਿਦਆਊਟ ਆਈਐਲਸ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਜਿਹੜੇ ਬੱਚੇ ਬੈਚਲਰ ਤੋਂ ਬਾਅਦ ਚ ਅਪਲਾਈ ਕਰਨਾ ਚਾਹੁੰਦੇ ਮਾਸਟਰ ਪ੍ਰੋਗਰਾਮ ਦੇ ਲਈ, ਉਹ 60% 55% ਹੈ ਤਾਂ ਵੀ ਓਕੇ ਆ। ਇੰਗਲਿਸ਼ ਤੋਂ 60% ਹੈ ਤਾਂ ਉਹਨਾਂ ਨੂੰ ELT ਟੈਸਟ ਨਹੀਂ ਦੇਣਾ ਪਏਗਾ, ਅਦਰਵਾਈਜ਼ ਉਹਨਾਂ ਨੂੰ ਟੈਸਟ ਦੇਣਾ ਪਏਗਾ। ਉਹ ਵੀ ਵਿਦਆਊਟ ਆਈਐਲਸ ਆਪਣੇ ਬੱਚਿਆਂ ਸਮੇਤ ਅਪਲਾਈ ਕਰ ਸਕਦੇ ਆ। ਦੈਟ ਇਜ਼ ਅਗੇਨ ਆਲ ਦਾ ਪੇਮੈਂਟ ਆਫਟਰ ਵੀਜ਼ਾ। ਦੈਨ ਜਿਹਨਾਂ ਕੋਲ ਆਇਲਸ ਹੈਗੀ ਆ, ਜਿਹਨਾਂ ਕੋਲ ਓਵਰਆਲ 6 ਜਾਂ 5.5 ਹੈ, ਉਹ ਉਹਨਾਂ ਦਾ ਗੈਪ ਥੋੜਾ ਜਿਹਾ ਜ਼ਿਆਦਾ ਵੀ ਹੈ ਤੇ ਉਹਨਾਂ ਦੇ ਕੋਲ ਵੀ ਆਪਸ਼ਨ ਹੈ ਵਿਦਆਊਟ ਇੰਟਰਵਿਊ, ਵਿਦਆਊਟ ਕਿਸੇ ਚੀਜ਼ ਦੇ ਪੇਮੈਂਟ ਐਡਵਾਂਸ ਦਿੱਤੇ ਆਫਟਰ ਵੀਜ਼ਾ ਲੈਣ ਦੀ। ਸਟੂਡੈਂਟ ਵੀਜ਼ਾ ਦੀ ਗੱਲ ਕਰ ਰਹੇ ਸੀ। ਇਹ ਪ੍ਰੋਸੈਸ ਸੈਪਟੈਂਬਰ ਇਨਟੇਕ ਦੀ ਮੈਂ ਗੱਲ ਕਰ ਰਿਹਾ। ਸੈਪਟੈਂਬਰ ਇਨਟੇਕ 'ਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਆ ਜਿਹੜੀਆਂ ਇਸ ਵੇਲੇ 10 ਦਿਨ ਦੇ ਵਿੱਚ ਆਫਰ ਲੈਟਰਸ ਦੇ ਰਹੀਆਂ, 10 12 15 ਦਿਨ, ਕੁਝ ਯੂਨੀਵਰਸਿਟੀਆਂ ਹਫਤੇ ਦੇ ਵਿੱਚ ਵੀ ਦੇ ਰਹੀਆਂ। ਦੈਨ ਇੰਟਰਵਿਊ ਸ਼ਡਿਊਲ ਹੈ। ਇੰਟਰਵਿਊ ਸ਼ਡਿਊਲ ਆਉਣ ਨੂੰ ਟਾਈਮ ਲੱਗਦਾ ਥੋੜਾ ਜਿਹਾ। ਜੂਨ ਚੱਲ ਰਿਹਾ, ਜੁਲਾਈ ਸ਼ੁਰੂ ਹੋ ਗਿਆ ਕੱਲ ਤੋਂ। ਜੁਲਾਈ ਤੋਂ ਬਾਅਦ ਜੁਲਾਈ ਦੇ ਵਿੱਚ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ। ਅਗਸਤ ਦੇ ਵਿੱਚ ਆਪਾਂ ਵੀਜ਼ਾ ਲੈ ਲਾਂਗੇ ਔਰ ਸਪਟੈਂਬਰ ਦੇ ਵਿੱਚ ਅਸੀਂ ਟਰੈਵਲ ਕਰ ਸਕਦੇ ਹਾਂ। ਦੈਟ ਇਜ਼ ਸਟੂਡੈਂਟ ਵੀਜ਼ਾ। ਹੁਣ ਜੇ ਅਸੀਂ ਦੂਸਰੇ ਪਾਸੇ ਗੱਲ ਕਰਦੇ ਹਾਂ ਸਕਿੱਲ ਵਰਕਰ ਵੀਜ਼ਾ ਦੀ, ਜਿਹੜੇ ਬੱਚੇ ਉਹ ਸਾਰੇ ਹੈਲਥ ਕੇਅਰ ਦੇ ਵਿੱਚ ਹੈ, ANM, GNM, BSc ਨਰਸਿੰਗ, ਇਹ ਤਾਂ ਹੋ ਗਿਆ ਨਰਸਿੰਗ। ਦੈਨ ਲੈਬ ਟੈਕਨੀਸ਼ੀਅਨ, ਫਿਜ਼ੀਓਥੈਰੇਪਿਸਟ, OT ਟੈਕਨੀਸ਼ੀਅਨ, BAMS ਡਾਕਟਰ, MBBS ਡਾਕਟਰ ਜਾਂ MD ਡਾਕਟਰਸ, ਇਹ ਵੀ ਅਗਰ UK ਸ਼ਿਫਟ ਹੋਣਾ ਚਾਹੁੰਦੇ ਆ, ਇਹਨਾਂ ਦੇ ਲਈ ਵੀ ਸਾਡੇ ਕੋਲ ਪੂਰੀ ਆਪਸ਼ਨ ਹੈ। 3 ਕੁ ਮਹੀਨੇ ਦੇ ਵਿੱਚ ਸਾਰਾ ਕੰਮ ਹੋ ਜਾਏਗਾ। 3 ਕੁ ਮਹੀਨੇ ਦੇ ਵਿੱਚ ਤੁਸੀਂ ਫੈਮਿਲੀ ਦੇ ਨਾਲ ਇੱਥੋਂ ਸ਼ਿਫਟ ਹੋ ਸਕਦੇ ਆ। ਪ੍ਰੋਸੈਸ ਸਭ ਤੋਂ ਪਹਿਲਾਂ ਇੰਟਰਵਿਊ ਆਉਂਦੀ ਹੈ, ਜਿਹੜਾ ਕਿਉਂਕਿ ਅਗਰ ਕਿਸੇ ਨੇ ਉੱਥੇ ਜਾ ਕੇ ਜੌਬ ਮਿਲਦੀ ਹੈ, ਤੁਹਾਨੂੰ 20 ਤੋਂ 22 ਲੱਖ ਰੁਪਏ ਦੀ ਸੈਲਰੀ ਮਿਲਦੀ ਹੈ ਸਾਲ ਦੀ, ਛੁੱਟੀਆਂ ਮਿਲਦੀਆਂ, 8 ਘੰਟੇ ਦੀ ਜੌਬ ਹੈ, ਐਵਰੀਥਿੰਗ ਇਜ਼ ਫਾਈਨ। ਤੁਹਾਡੇ ਫੈਮਿਲੀ ਕੋਲ ਫੁੱਲ ਵਰਕ ਰਾਈਟ ਹੋਏਗਾ, ਬੱਚਿਆਂ ਕੋਲ ਫ੍ਰੀ ਐਜੂਕੇਸ਼ਨ ਲੈਣ ਦੀ ਜਿਹੜੀ ਪੋਸੀਬਿਲਿਟੀ ਹੈਗੀ ਹੈ। ਹੈਲੋ ਹਰਮਨ ਜੀ, ਹਾਊ ਯੂ। ਦੈਨ ਅਗਰ ਤੁਹਾਡਾ ਕੋਈ ਕੁਐਸਚਨ ਵੀ ਵਿੱਚ ਹੈਗਾ ਇਨ ਬਿਟਵੀਨ, ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਤੁਹਾਡਾ ਕੁਐਸਚਨ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ ਲਾਈਵ ਦੇ ਵਿੱਚ ਹੀ। ਇੰਸਟਾਗ੍ਰਾਮ ਐਂਡ ਫੇਸਬੁੱਕ ਦੋਨਾਂ ਤੇ ਲਾਈਵ ਸਾਡਾ ਚੱਲ ਰਿਹਾ ਇਸ ਵੇਲੇ। YouTube ਤੇ ਅੱਜ ਲਾਈਵ ਨਹੀਂ ਹੋ ਸਕਿਆ ਕਿਸੇ ਟੈਕਨੀਕਲ ਰੀਜ਼ਨ ਕਰਕੇ, ਬਟ ਇੰਸਟਾ ਤੇ ਫੇਸਬੁੱਕ ਦੇ ਉੱਤੇ ਸਾਡਾ ਲਾਈਵ ਹੈ। ਇਹਨੂੰ ਤੁਸੀਂ ਬਾਅਦ ਚੋਂ ਵੀ ਦੇਖ ਸਕਦੇ ਹੋ। ਕੋਈ ਕੁਐਸਚਨ ਤੁਸੀਂ ਬਾਅਦ ਚੋਂ ਵੀ ਮੇਰੇ ਕੋਲ, ਅਗਰ ਲਾਈਵ ਨੇ ਨਹੀਂ ਵੀ ਤੁਸੀਂ ਦੇਖ ਰਹੇ, ਬਾਅਦ ਚੋਂ ਵੀ ਕੁਐਸਚਨ ਕੋਈ ਪੁੱਛਣਾ ਚਾਹੁੰਦੇ ਆ ਨਾ, ਸਪਾਊਸ ਕੇਸ ਹਰੇਕ 'ਚ ਹੈਗਾ। ਸਟੂਡੈਂਟ ਵੀਜ਼ਾ, ਮਾਸਟਰ ਪ੍ਰੋਗਰਾਮ 'ਚ ਸਪਾਊਸ ਜਾ ਸਕਦਾ, ਹੈਲਥ ਕੇਅਰ ਵੀਜ਼ਾ ਤੇ ਜਾਂ ਸਕਿੱਲ ਵਰਕਰ 'ਚ ਤਾਂ ਹਰੇਕ ਦੇ ਵਿੱਚ, ਚਾਹੇ 10+2 ਹੀ ਹੈ, ਉਹ ਵੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ। ਸੌਰੀ, ਮੈਂ ਨਾਲ ਚਾਹ ਵੀ ਪੀ ਰਿਹਾ। ਫॉर ਹੈਲਥ ਵਰਕਰ ਆਇਲਸ ਜ਼ਰੂਰੀ ਹੈ। ਅੱਛਾ ਕੁਐਸਚਨ ਹੈ। ਹੈਲਥ ਵਰਕਰ ਦੇ ਲਈ ਆਇਲਸ ਜਿਹੜਾ ਹੈਗਾ, ਦੈਟ ਇਜ਼ ਥੈਂਕ ਯੂ ਅਰਵਿੰਦਰ ਮੈਮ। ਹੈਲਥ ਵਰਕਰ ਲਈ ਆਇਲਸ ਦੀ ਜ਼ਰੂਰਤ ਬਿਲਕੁਲ ਹੈਗੀ ਹੈ, ਪਰ ਆਇਲਸ ਦੀ ਬਹੁਤੀ ਲੋੜ ਨਹੀਂ ਹੈ। ਜਸਟ 5 ਬੈਂਡਸ ਚਾਹੀਦੇ ਤੁਹਾਨੂੰ UK VI ਦੇ। ਔਰ ਜਿਹੜਾ ਬੱਚਾ ਕੋਲ ਹੈਲਥ ਵਰਕਰ ਦੇ ਲਈ ਨਰਸਿਸ ਦੇ ਵਿੱਚ ਜਾਂ ਕਿਸੇ ਵੀ ਤੁਸੀਂ ਸਕਿੱਲ ਵਰਕਰ ਦੇ ਵਿੱਚ ਤੁਸੀਂ ਤੁਹਾਡੇ ਕੋਲ ਗ੍ਰੈਜੂਏਸ਼ਨ ਹੈ। ਕਈ ਬੱਚਿਆਂ ਨੇ BA ਤੋਂ ਬਾਅਦ ਚੋਂ ਵੀ GNM ਕੀਤੀ ਹੁੰਦੀ ਹੈ। ਜਿਨ੍ਹਾਂ ਕੋਲ ਬੈਚਲਰ ਹੈਗੀ ਕਿਸੇ ਵੀ ਤਰ੍ਹਾਂ ਦੀ ਔਰ ਇੰਗਲਿਸ਼ ਮੀਡੀਅਮ 'ਚ ਹੈਗੀ ਆ, ਉਹ ਬੱਚੇ ਆਇਲਸ ਦੀ ਵੇਵਰ ਲੈ ਸਕਦੇ ਆ। ਦੈਟ ਇਜ਼ B1 ਲੈਵਲ ਤੁਸੀਂ ਲੈ ਸਕਦੇ ਹੋ ਨੈਰਿਕ ਤੋਂ। ਸੁਖਜਿੰਦਰ ਜੀ ਹੈਲੋ। ਤਰੁਣ ਕਹਿੰਦੇ ਕਿ ਸਰ ਵਾਟ ਇਜ਼ ਦਾ ਪ੍ਰੋਸੀਜਰ ਫॉर ਫਿਜ਼ੀਓਥੈਰੇਪਿਸਟ। ਫਿਜ਼ੀਓਥੈਰੇਪਿਸਟ ਇਜ਼ ਸੇਮ ਲਾਈਕ ਕਿ ਤੁਸੀਂ ਜਿੱਦਾਂ ਹੈਲਥ ਕੇਅਰ ਨਰਸਿੰਗ ਹੈ, ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਜੌਬ ਮਿਲੇਗੀ। ਜੌਬ ਦੇ ਲਈ ਇੰਟਰਵਿਊ ਕਲੀਅਰ ਕੀਤੀ, ਇੰਟਰਵਿਊ ਦੀ ਪ੍ਰੈਪਰੇਸ਼ਨ ਸਾਡੇ ਵੱਲੋਂ ਹੋਏਗੀ। ਇੰਟਰਵਿਊ ਪ੍ਰੈਪਰੇਸ਼ਨ ਤੋਂ ਬਾਅਦ ਚੋਂ ਯੂ ਵਿਲ ਗੈਟ ਦਾ ਆਫਰ ਲੈਟਰ ਤੋਂ ਬਾਅਦ ਚੋਂ ਯੂ ਵਿਲ ਗੈਟ ਦਾ COS ਔਰ ਉਸ ਤੋਂ ਬਾਅਦ ਚੋਂ ਵੀਜ਼ਾ। ਔਰ ਫਿਜ਼ੀਓਥੈਰੇਪਿਸਟ ਵੀ ਜਿਹੜੇ ਹੈਗੇ ਉਹ ਫੈਮਿਲੀ ਦੇ ਨਾਲ ਜਾ ਸਕਦੇ। ਕਪਿਲ ਦੁਬੇ BTech ਸਿਵਲ ਇੰਜੀਨੀਅਰਿੰਗ ਪਾਸ ਆਊਟ ਵਿਦਆਊਟ ਆਇਲਸ ਐਨੀ ਆਪਸ਼ਨ। ਕਪਿਲ ਜੀ ਕੀ ਹਾਲ ਚਾਲ? ਆਪਣੀ ਬਹੁਤ ਵਾਰੀ ਗੱਲ ਹੋਈ ਹੈ। ਡੈਫੀਨੇਟਲੀ ਤੁਸੀਂ ਆਪਣਾ ਰਿਜ਼ਿਊਮ ਸੈਂਡ ਕਰੋ ਮੇਰੇ ਨਾਲ, ਮੈਨੂੰ ਆਪਾਂ ਗੱਲ ਕਰਦੇ ਹਾਂ। ਡੇਰੀ ਫਾਰਮ ਦੇ ਸਾਡੇ ਕੋਲ ਕੁਝ ਵੈਕੈਂਸੀ ਸੀਗੀਆਂ, ਉਹ ਫੁੱਲ ਹੋ ਗਈਆਂ ਜਗਰੂਪ ਜੀ, ਬਟ ਫਿਰ ਵੀ ਅਗਰ ਤੁਸੀਂ 10+2 ਕੀਤੀ ਹੈ, ਵੀ ਕੈਨ ਗਿਵ ਯੂ ਦਾ ਆਪਸ਼ਨ। ਇਧਰ ਕੁਐਸਚਨ ਆ ਰਿਹਾ ਹਰਮਨ 2014 ਗ੍ਰੈਜੂਏਸ਼ਨ ਪਾਸ ਹੈ, 2015 ਤੋਂ 22 ਤੱਕ ਦਾ ਟੀਚਿੰਗ ਜੌਬ ਐਕਸਪੀਰੀਅੰਸ ਹੈ। ਆਨਸਰ ਨਹੀਂ ਦੇਤਾ ਤੁਸੀਂ। ਆਨਸਰ ਮੈਂ ਦੇ ਰਿਹਾ ਹਰਮਨ ਜੀ ਤੁਹਾਡਾ। ਇਸ ਵੇਲੇ ਟੀਚਰ ਦੀ ਕੋਈ ਵੈਕੈਂਸੀ ਸਾਡੇ ਕੋਲ ਨਹੀਂ ਹੈਗੀ। ਹਾਂ, ਲੈਕਚਰਰ ਦੀ ਸੀਗੀ ਸਾਡੇ ਕੋਲ, ਪਰ ਫਿਰ ਲੈਕਚਰਰ ਵੀ ਅਸੀਂ ਫਿਰ ਵੀ ਅਗਰ ਦੇ ਸਕਦੇ। ਅਗਰ ਟੀਚਰ ਤੋਂ ਅਬਵ ਲੈਕਚਰਰ ਦੀ ਪੋਸਟ ਹੈਗੀ ਤੁਹਾਡੇ ਕੋਲ, ਦੈਨ ਵੀ ਕੈਨ ਉੱਥੇ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਸਟਿਲ ਵੈਕੈਂਸੀਜ਼ ਹੈਗੀਆਂ,
ਅਗਰ ਤੁਸੀਂ ਲੈਕਚਰਰ ਦੀ ਕੋਈ ਲੈਕਚਰਰ ਹੈ ਆਈਟੀ ਦੇ ਵਿੱਚ ਮੈਨੇਜਰਸ ਹੈ, ਸੌਫਟਵੇਅਰ ਇੰਜੀਨੀਅਰਸ ਹੈ, ਉਹ ਵੀ ਅਪਲਾਈ ਕਰ ਸਕਦੇ ਆ। जीटी और अकैडमिक बोथ एक्सेप्टेड फॉर पीआर। अगर तो ਅਸੀਂ ਕੈਨੇਡਾ ਦੀ ਪੀਆਰ ਦੀ ਗੱਲ ਕਰਦੇ ਹਾਂ ਤਾਂ ਦੈਨ ਜੀਟੀ ਓਨਲੀ ਐਕਸੈਪਟਡ ਹੈ। ਅਗਰ ਅਸੀਂ ਯੂਕੇ ਦੀ ਵਿੱਚ ਗੱਲ ਕਰਦੇ ਹਾਂ ਦੈਨ ਜਿਹੜਾ ਯੂਕੇ ਵੀ ਆਇਲਸ ਅਕੈਡਮਿਕ ਰਿਕੁਆਇਰਡ ਹੈ, ਦੈਟ ਇਜ਼ ਉੱਥੇ ਪੀਟੀਈ ਉੱਥੇ ਤੁਹਾਡੀ ਜੀਟੀ ਨਹੀਂ ਚੱਲਦੀ। ਤਰੁਣ ਸੋਤਾ ਦਾ ਕੁਐਸਚਨ ਹੈ, ਸਰ ਫॉर ਫਿਜ਼ੀਓਥੈਰੇਪਿਸਟ ਆਇਲਸ ਇਜ਼ ਮੈਂਡੇਟਰੀ और नॉट। अगर तो डिप्लोमा फिजियोथैरेपिस्ट फिर आयल्स की जरूरत है। अगर डिग्री हैगी फिजियोथैरेपिस्ट दे विच और ਉਹਦੇ ਵਿੱਚ ਤੁਹਾਡਾ मीडियम ऑफ इंस्ट्रक्शन ਜਿਹੜਾ इंग्लिश है दैन ਤੁਸੀਂ आयल्स ਦੀ वेवर ਲੈ ਸਕਦੇ ਹੋ। सो आई होप ਤੁਹਾਡੇ ਜਿਹੜੇ ਤਰੁਣ ਜੀ ਕੁਐਸਚਨ ਦਾ ਆਨਸਰ ਹੈ। अगर कपिल तरੁਣ सुखजिंदर कोई क्वेश्चन ਤੁਹਾਡੇ ਹੋਰ ਹੈਗੇ ਯੂ ਕੈਨ ਆਸਕ। ਹਰਮਨ ਹੋਣਾ ਕੁਐਸਚਨ ਹੈ, ਸਰ ਯੂਕੇ ਵੀ ਆਇਲਸ ਚੋਂ ਓਵਰਆਲ 5.5 ਹੈਗੇ ਆ ਸਰ, ਅਪਲਾਈ ਕਰ ਸਕਦੇ ਆ ਯੂਕੇ ਸਟੱਡੀ ਵਿਦ ਸਪਾਊਸ। ਹਰਮਨ ਤੁਸੀਂ 5.5 ਬੈਂਡ ਦੇ ਨਾਲ ਅਗਰ 2015 ਪਾਸ ਆਊਟ ਹੈ, ਟੀਚਿੰਗ ਜੌਬ ਹੈ, ਤੁਹਾਡੇ ਹਸਬੈਂਡ ਦੀ ਕੀ ਪ੍ਰੋਫਾਈਲ ਹੈਗੀ ਮੈਨੂੰ ਦੱਸੋ, ਆਈ ਕੈਨ ਸੁਜੈਸਟ ਅਗਰ ਉਹਨਾਂ ਦਾ ਕੋਈ ਪ੍ਰੋਫਾਈਲ ਬਣਦੀ ਹੈ ਤਾਂ। ਅਦਰਵਾਈਜ਼ ਸਕਿੱਲ ਵਰਕਰ ਵੀਜ਼ਾ ਦੇ ਲਈ ਤੁਹਾਡੇ 5.5 ਯੂਕੇ ਵੀ ਆਇਲਸ ਜਿਹੜੇ ਹੈਗੇ ਉਹ ਚੱਲਣਗੇ, ਬਟ ਤੁਹਾਡਾ ਮੈਨੂੰ ਦੇਖਣਾ ਪਏਗਾ ਕਿ ਅਗਰ ਮੈਂ ਕਿਸੇ ਸਕੂਲ ਦੇ ਵਿੱਚ ਤੁਹਾਨੂੰ ਐਜ਼ ਅ ਟੀਚਰ ਉੱਥੇ ਕਰਵਾ ਸਕਾਂ। ਜੱਸੀ ਹੁਣਾਂ ਦਾ +2 ਪਾਸ 2020 70 ਦਾ ਵਿਦਆਊਟ ਆਇਲਸ ਇੰਟਰਵਿਊ ਹੋਊਗੀ, ਡੈਫੀਨਿਟਲੀ 79 ਦੇ ਨਾਲ ਇੰਟਰਵਿਊ ਹੋਊਗੀ ਜੱਸੀ ਜੀ, ਬਟ ਟਰਸਟ ਮੀ ਅੱਜ ਵੀ ਸਾਡੇ 6 ਬੱਚਿਆਂ ਦੀ ਇੰਟਰਵਿਊ ਹੋਈ ਹੈ, ਸਾਰੇ ਬੱਚੇ ਪਾਸ ਹੋਏ ਆ, ਸੋ ਨੋ ਵਰੀ ਫॉर ਦਾ ਇੰਟਰਵਿਊ। ਅਗਰ ਤੁਸੀਂ 70 ਈਵਨ ਦੋ ਸਾਰੇ ਬੱਚਿਆਂ ਦੀ ਜਿਹੜੀ ਪਰਸੈਂਟੇਜ ਸੀ ਉਹ 60 61 2 ਦੇ ਆਸ-ਪਾਸ ਸੀਗੀ, ਅਗਰ ਤੁਹਾਡੇ 79% ਹੈ +2 ਦੇ ਵਿੱਚੋਂ, ਔਰ ਯੂ ਵਿਲ ਡੈਫੀਨਿਟਲੀ ਗੈਟ ਦਾ ਸਕਸੈਸ ਇਨ ਇੰਟਰਵਿਊ। ਐਂਡ ਇਸ ਵੇਲੇ ਹਾਈ ਕਮਿਸ਼ਨ ਕੋਈ ਇੰਟਰਵਿਊ ਨਹੀਂ ਲੈ ਰਿਹਾ। ਅਗਰ ਤੁਸੀਂ ਇਹ ਕੇਸ ਹੁਣੇ ਅਪਲਾਈ ਕਰਦੇ ਹੋ ਤਾਂ ਆਈ ਕੈਨ ਗਰੰਟੀ ਯੂ ਕਿ ਆਪਾਂ ਸਪਟੈਂਬਰ ਇਨਟੇਕ ਤੁਹਾਨੂੰ ਮਤਲਬ ਵਿਦ ਇਨ ਅਗਸਤ ਤੁਹਾਨੂੰ ਵੀਜ਼ਾ ਦੇ ਦਾਂਗੇ। ਸਰ ਕਿਉਂ ਪਰਚੇਜ਼ ਐਗਜ਼ੀਕਿਊਟਿਵ ਹੋਟਲ ਲਾਈਨ 'ਚ ਉਹ ਹੈਗੇ ਆ ਪਰਚੇਜ਼ ਐਗਜ਼ੀਕਿਊਟਿਵ ਹੋਟਲ ਲਾਈਨ 'ਚ ਬੀਐਡ ਪਾਸਿੰਗ ਈਅਰ 60%, ਬੀਐਡ ਪਾਸਿੰਗ ਈਅਰ 60%, ਯੈਸ ਯੂ ਕੈਨ, ਤੁਹਾਡੇ ਚਾਂਸਸ ਹੈਗੇ ਅਗਰ ਇਨ ਬਿਟਵੀਨ ਕੋਈ ਗੈਪ ਨਹੀਂ ਹੈਗਾ 60% ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਆ। ਯੂਕੇ ਸਪਾਊਸ ਸਟੱਡੀ ਵੀਜ਼ਾ ਹੋ ਸਕਦਾ, ਡੈਫੀਨਿਟਲੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਕਪੂਰ ਜੀ। ਅਗਰ ਤੁਸੀਂ ਬੀਐਡ 2021 ਹੈ ਵਿੱਚ ਕੋਈ ਗੈਪ ਨਹੀਂ ਹੈ, ਮੀਨਸ ਕਿ 19-20 ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਏਗੀ ਔਰ ਤੁਸੀਂ ਇਹਦੇ ਨਾਲ ਅਪਲਾਈ ਕਰ ਸਕਦੇ ਹੋ ਵਿਦਆਊਟ ਆਇਲਸ। ਅਮਨ ਜੈਨ +2 ਐਂਡ ITI ਇਨ ਵੈਲਡਿੰਗ, ਵਰਕ ਐਕਸਪੀਰੀਅੰਸ 2 ਈਅਰ ਇਨ ਦੁਬਈ ਵਰਕ ਵੀਜ਼ਾ। ਤੁਸੀਂ ਦੁਬਈ ਵਰਕ ਵੀਜ਼ਾ, ਅਸੀਂ ਯੂਕੇ ਦੇ ਲਈ ਮੈਂ ਇਹ ਲਾਈਵ ਕਰ ਰਿਹਾ, ਅਸੀਂ ਦੁਬਈ ਦੇ ਵਰਕ ਵੀਜ਼ਾ ਦੇ ਵਿੱਚ ਡੀਲ ਨਹੀਂ ਕਰਦੇ। ਹਾਂ ਅਗਰ ਤੁਸੀਂ ਯੂਕੇ ਅਪਲਾਈ ਕਰਨਾ ਚਾਹੁੰਦੇ ਤਾਂ ਦੈਨ ਵੈਲਡਿੰਗ ਦੇ ਲਈ ਸਾਡੇ ਕੋਲ ਵੈਕੈਂਸੀਜ਼ ਹੈਗੀਆਂ। ਗੁਰਸਾਂਝ ਨਰਸਿੰਗ ਵੀਜ਼ਾ ਕਿੰਨੇ ਟਾਈਮ ਦਾ ਸਰ, PR ਦੇ ਚਾਂਸਸ? ਹਾਂ ਬਿਲਕੁਲ, ਨਰਸਿੰਗ ਵੀਜ਼ਾ ਇੱਥੋਂ 3 ਸਾਲ ਦਾ ਵੀ ਹੈ, 5 ਸਾਲ ਦਾ ਵੀ ਹੈ, ਤੇ 5 ਸਾਲ ਦੇ ਸਤਿ ਸ਼੍ਰੀ ਅਕਾਲ ਸੁਖਜਿੰਦਰ ਜੀ, ਅੱਛਾ ਤੁਸੀਂ ਆਲਰੇਡੀ ਯੂਕੇ ਹੋ ਸਾਡੇ ਕਰਕੇ ਧੰਨਵਾਦ ਬਹੁਤ ਬਹੁਤ। ਆਈ ਹੋਪ ਤੁਸੀਂ ਖੁਸ਼ ਹੋਵੋਗੇ, ਤੁਹਾਡੀ ਪਰਿਵਾਰ ਉੱਥੇ ਖੁਸ਼ ਹੋਏਗਾ। ਨਰਸਿੰਗ ਵਰਕ ਵੀਜ਼ਾ ਕਿੰਨੇ ਟਾਈਮ ਦਾ ਸਰ? ਨਰਸਿੰਗ ਵਰਕ ਵੀਜ਼ਾ 3 ਸਾਲ ਦਾ ਵੀ ਹੈ, 5 ਸਾਲ ਦਾ ਵੀ ਹੈ। 3 ਸਾਲ ਤੇ 5 ਸਾਲ ਬਾਅਦ ਉੱਥੇ PR ਦੀ ਆਪਸ਼ਨ 100% ਹੈਗੀ ਹੈ। ਉੱਥੇ ਦਾ ਟੀਅਰ 1 ਪਰਮਾਨੈਂਟ ਰੈਜ਼ੀਡੈਂਸੀ ਹੁੰਦੀ ਜਿਹਨੂੰ ਇਨਫਿਨਿਟੀ ਲੀਵ ਰਿਮੇਨ ਕਹਿੰਦੇ, ILR। ਦੈਟ ਉਹਦੀ ਪਾਲਿਸੀ ਕੀ ਹੈ ਕਿ ਅਗਰ ਤੁਸੀਂ ਵਰਕ ਵੀਜ਼ਾ ਤੇ ਹੋ, ਜੇ ਸਟਾਰਟਅਪ ਵੀਜ਼ਾ ਤੇ ਹੋ, ਸਕਿੱਲ ਵਰਕਰ ਵੀਜ਼ਾ ਤੇ ਹੋ, ਤੇ ਤੁਹਾਨੂੰ 5 ਸਾਲ ਉੱਥੇ ਕੰਮ ਕਰਨਾ ਪਏਗਾ, ਉਸ ਤੋਂ ਬਾਅਦ ਤੁਸੀਂ PR ਲੈ ਸਕਦੇ। ਜੇ ਤੁਸੀਂ ਇਨੋਵੇਟਰ ਵੀਜ਼ਾ ਤੇ ਹੋ ਤੇ ਫਿਰ ਤੁਸੀਂ 3 ਸਾਲ ਬਾਅਦ PR ਲੈ ਸਕਦੇ ਹੋ। ਰਾਜ ਨਵਦੀਪ ਨਰਸਿੰਗ ਵੀਜ਼ਾ ਮੈਂ ਤੁਹਾਨੂੰ ਰਾਜਦੀਪ ਸਾਰੇ ਪਹਿਲਾਂ ਤੋਂ ਦੱਸ ਚੁੱਕਾ। ਹਰਮਨ ਹੁਣਾਂ ਦਾ ਤੁਹਾਡੇ ਨੰਬਰ ਨਹੀਂ ਸ਼ੇਅਰ ਕੀਤਾ ਸਰ, ਮੈਂ ਤੁਹਾਡੀ ਟੀਮ ਨਾਲ ਗੱਲ ਹੋਈ ਸੀ ਬਟ ਉਹਨਾਂ ਨੇ ਤੁਹਾਡਾ ਨੰਬਰ, ਮੈਂ ਤੁਹਾਡਾ ਨੰਬਰ, ਤੁਸੀਂ ਆਪਣਾ ਨੰਬਰ ਇੱਥੇ ਸ਼ੇਅਰ ਕਰ ਦਿਓ ਕਮੈਂਟ 'ਚ, ਮੈਂ ਆਫਟਰ ਇਹ ਲਾਈਵ ਤੋਂ ਤੁਹਾਨੂੰ ਕਾਲ ਕਰ ਲਾਂਗਾ ਆਪ, ਕਿਉਂਕਿ ਮੈਂ ਆਪਣਾ ਨੰਬਰ ਸ਼ੇਅਰ ਕਰਦਾ ਨਹੀਂ, ਮੈਨੂੰ ਬਹੁਤ ਕਾਲਸ ਹੈ, ਇੰਨੀਆਂ ਕਾਲਸ ਦੇ ਵਿੱਚ ਫਿਰ ਮੇਰੇ ਕੋਲ ਆਨਸਰ ਨਹੀਂ ਦੇ ਹੁੰਦਾ, ਬਟ ਹਾਂ ਅਗਰ ਤੁਸੀਂ ਇੱਥੇ ਸ਼ੇਅਰ ਕਰੋਗੇ ਤਾਂ ਮੈਂ ਤੁਹਾਨੂੰ ਖੁਦ ਕਾਲ ਕਰ ਲਾਂਗਾ। ਜਨਰਲ ਆਜ 5.5 ਹੈ ਨਰਸਿਸ ਵੀਜ਼ਾ। ਨਵਦੀਪ ਅਗਰ ਤੇ ਤੁਸੀਂ BSc ਨਰਸਿੰਗ ਕੀਤੀ ਹੈ ਤਾਂ ਫਿਰ ਤੁਹਾਨੂੰ ਆਇਲਸ ਦੀ ਜ਼ਰੂਰਤ ਨਹੀਂ ਹੈਗੀ। ਅਗਰ ਤੁਸੀਂ GNM ਜਾਂ ANM ਕੀਤੀ ਹੈ ਦੈਨ ਜਿਹੜੇ 5.5 ਜਨਰਲ ਆਇਲਸ ਹੈ ਇਹ ਤੁਹਾਡੇ ਨਹੀਂ ਚੱਲਣੇ। ਐਕੈਡੈਮਿਕ ਚੱਲਣਾ ਉਹ ਵੀ UK VA। ਓਕੇ ਥੈਂਕ ਯੂ ਹਰਮਨ, ਆਈ ਵਿਲ ਕਾਲ ਯੂ ਬੈਕ ਪਰਸਨਲੀ। ਮੈਂ ਤੁਹਾਨੂੰ ਇਸੇ ਨੰਬਰ ਤੇ 7719525846 ਇੱਥੇ ਸਰ ਵਿਲ ਫਿਜ਼ੀਓ get visa as a physiotherapist or as a assistant physio without license of practice in UK?
ਤਰੁਣ ਕੁਐਸਚਨ ਤੁਹਾਡਾ ਬਹੁਤ ਟੈਕਨੀਕਲ ਹੈ, ਥੈਂਕ ਯੂ ਵੈਰੀ ਮਚ ਇੰਨਾ ਟੈਕਨੀਕਲ ਕੁਐਸਚਨ ਪੁੱਛਣ ਦੇ ਲਈ। ਇਹਦੇ ਵਿੱਚ ਇੱਕ ਚੀਜ਼ ਹੈ ਕਿ ਇਹਦੇ ਵਿੱਚ ਤੁਹਾਨੂੰ ਐਜ਼ ਅ ਫਿਜ਼ੀਓਥੈਰੇਪਿਸਟ ਦੀ ਜੌਬ ਨਹੀਂ ਮਿਲਣੀ, ਬਿਕੋਜ਼ ਤੁਹਾਡੇ ਕੋਲ ਉਹਦਾ ਲਾਇਸੈਂਸ ਨਹੀਂ ਹੈ। ਅਸੀਂ ਤੁਹਾਨੂੰ ਜਿਹੜੀ ਜੌਬ ਲੈ ਕੇ ਦੇਵਾਂਗੇ ਦੈਟ ਇਜ਼ ਇਨ ਕੇਅਰ ਹੋਮਸ। ਕੇਅਰ ਹੋਮ ਦੇ ਵਿੱਚ ਜੌਬ ਤੁਹਾਨੂੰ ਲੈ ਕੇ ਦੇਵਾਂਗੇ, ਉਹਦੇ ਵਿੱਚ ਫਿਜ਼ੀਓਥੈਰੇਪਿਸਟ ਦੀ ਸਾਡੇ ਕੋਲ ਕੁਝ ਵੈਕੈਂਸੀਜ਼ ਹੈਗੀਆਂ, ਬਟ ਨਾਟ ਐਜ਼ ਅ ਫਿਜ਼ੀਓਥੈਰੇਪਿਸਟ, ਐਜ਼ ਅ ਕੇਅਰ ਗਿਵਰ ਤੁਹਾਡੀ ਪੋਸਟ ਹੋਏਗੀ, ਬਟ ਤੁਹਾਡੀਆਂ ਡਿਊਟੀਆਂ ਜਿਹੜੀਆਂ ਹੋਣਗੀਆਂ ਰਾਜਦੀਪ, ਅਗਰ ਤੁਸੀਂ BSc ਨਰਸਿੰਗ ਕੀਤੀ ਹੈ ਤਾਂ ਆਇਲਸ ਦੀ ਜ਼ਰੂਰਤ ਨਹੀਂ ਹੈ, ਤੁਸੀਂ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। 3 ਤੋਂ 4 ਮਹੀਨਾ ਪ੍ਰੋਸੈਸ ਹੈ, ਯੂ ਵਿਲ ਗੈਟ ਦਾ ਵੀਜ਼ਾ। ਥੈਂਕ ਯੂ ਸ਼ਰਮਾ ਜੀ। ਅਮਨ ਜਾਨ ਕਹਿੰਦਾ ਵੀਜ਼ਾ ਫॉर UK ਹੈਵ ਐਕਸਪੀਰੀਅੰਸ ਇਨ ਦੁਬਈ। ਓਕੇ, ਅਗਰ ਤੁਹਾਡੇ ਕੋਲ ਦੁਬਈ ਦਾ ਐਕਸਪੀਰੀਅੰਸ ਹੈਗਾ, ਤੁਸੀਂ ਇਹਦੇ ਵਿੱਚ ਉੱਥੇ ਅਪਲਾਈ ਕਰਨਾ ਚਾਹੁੰਦੇ ਐਜ਼ ਅ ਵੈਲਡਰ, ਤੇ ਦੈਨ ਵਾਟ ਆਰ ਦਾ ਫਾਰਮੈਲਿਟੀਜ਼? ਫਾਰਮੈਲਿਟੀ ਉਹੀ ਹੈ, UK ਵੀ ਆਇਲਸ ਚਾਹੀਦੀ ਹੈ, 5 ਬੈਂਡਸ, PCC ਚਾਹੀਦੀ ਹੈ, ਤੁਹਾਨੂੰ ਫੰਡ ਚਾਹੀਦੇ 2.5-3 ਲੱਖ ਰੁਪਏ ਦੇ ਅਗਰ ਸਿੰਗਲ ਹੋ। ਅਗਰ ਤੁਸੀਂ ਬੈਚਲਰ ਹੋ ਤੇ ਅਗਰ ਤੁਸੀਂ ਸਪਾਊਸ ਦੇ ਨਾਲ ਜਾਣਾ ਤੇ ਫਿਰ ਉਹ 3-4 ਲੱਖ ਦੇ, ਕਿਡ ਵੀ ਹੈਗਾ ਤੇ 5-6 ਲੱਖ ਰੁਪਏ ਦੇ ਫੰਡ ਹੈ। ਔਰ ਅਸੀਂ ਤੁਹਾਡੀ ਇੰਟਰਵਿਊ ਆਫਰ ਲੈਟਰ COS ਵਿਦਿਨ 3-4 ਮੰਥਸ ਦੇ ਵਿੱਚ ਇੱਕ ਪ੍ਰੋਸੈਸ ਹੋ ਸਕਦਾ ਹੈ। ਜਰਨੈਲ ਸਿੰਘ MSc ਡਾਇਟਿਕਸ 5 year work experience as dietitian will eligible? Yes, I can check। ਜਰਨੈਲ ਸਿੰਘ ਜੀ ਮੈਨੂੰ ਆਪਣਾ ਰਿਜ਼ਿਊਮ ਸੈਂਡ ਕਰੋ। आई एम नॉट श्योर, क्योंकि डाइटिशियन की मेरे को हले कोई वैकेंसी ना आई है, ना किसी कैंਡੀਡੇਟ ने पूछा, ना ही मेरे को कोई क्लाइंट है, ना ही मैं इसकी प्रमोशन कर रहा। पर फिर भी आई कैन सी कि अगर असी उत्थे केयर होम दे विच तुहाडे लई कोई वैकेंसी देख सकीए। पर मैनू रिज्यूम तां सेंड करो अगर तुसी बिल्कुल 100% श्योर हो अपना अप्लाई करने, क्योंकि इहदे लई बहुत मेरा कई उत्थे कॉन्टैक्ट्स यूज करने पैणगे जिहड़ी वैकेंसी दे लई। और वंस आई गेट द वैकेंसी और तुसी कहोगे मैं इंटरस्टेड नहीं है, दैट इज पहला आपां ਉਹ टर्म्स एंड कंडीशन ਦੀ ਗੱਲ ਕਰ ਲਾਂਗੇ। ਰਣਜੋਤ ਕਹਿ ਰਿਹਾ ਕਿ +2 ਤੋਂ ਬਾਅਦ ਕੇਅਰ ਹੋਮ ਵੀਜ਼ਾ ਮਿਲ ਜੂਗਾ। ਰਣਜੋਤ, +2 ਤੋਂ ਬਾਅਦ ਕੇਅਰ ਹੋਮ ਵੀਜ਼ਾ ਨਹੀਂ ਮਿਲ ਰਿਹਾ, ਇੱਥੋਂ ਨਹੀਂ ਮਿਲਣਾ ਬੱਚੇ, ਆਪਾਂ ਨੂੰ ਉੱਥੇ ਜਾ ਕੇ ਮਿਲ ਸਕਦਾ। +2 ਤੋਂ ਬਾਅਦ ਇੱਥੋਂ ਸਟੂਡੈਂਟ ਵੀਜ਼ਾ ਲੈ ਕੇ ਉੱਥੇ ਜਾ ਕੇ ਕੇਅਰ ਹੋਮ ਦੇ ਵਿੱਚ ਆਪਾਂ ਸ਼ਿਫਟ ਕਰ ਸਕਦੇ ਹਾਂ। ਬਟ ਇੱਥੋਂ ਵੀਜ਼ਾ ਇਸ ਵੇਲੇ +2 ਤੋਂ ਬਾਅਦ 'ਚ ਕੋਈ ਜਿਹੜੀ ਹੈਗੀ ਆ ਉੱਥੇ ਦੀ ਕੇਅਰ ਹੋਮ ਕੋਈ ਵੀ ਇਹੋ ਜਿਹੀ ਸਾਨੂੰ ਨਹੀਂ ਦੇ ਰਿਹਾ। ਸਕਾਟਲੈਂਡ ਦੇ ਵਿੱਚ ਆਈ ਸੀ 1-2, ਉਹਦੇ ਲਈ ਅਸੀਂ ਟਰਾਈ ਕੀਤਾ, ਬਟ ਉਹਨਾਂ ਨੇ ਵੀ ਜਦੋਂ +2 ਤੋਂ ਬਾਅਦ 'ਚੋਂ ਇੰਟਰਵਿਊ ਲਈ, ਬਟ ਉਹ ਬੱਚੇ ਇੰਟਰਵਿਊ ਨਹੀਂ ਪਾਸ ਕਰ ਸਕੇ, ਤੇ ਇਸ ਕਰਕੇ ਅਸੀਂ +2 ਤੋਂ ਬਾਅਦ 'ਚੋਂ ਦਾ ਜਿਹੜਾ ਪ੍ਰਮੋਸ਼ਨ ਵੀ ਰੋਕ ਦਿੱਤੀ ਸੀ। ਔਰ +2 ਤੋਂ ਬਾਅਦ 'ਚੋਂ ਜਿਹੜਾ, ਕਿਉਂਕਿ ਐਫਰਟਸ ਹੁੰਦੇ ਸਾਡੇ, ਅਸੀਂ ਐਫਰਟਸ ਕਰਦੇ ਹਾਂ, ਉੱਥੇ ਦੇ ਇੰਪਲੋਇਰ ਐਫਰਟ ਕਰਦਾ, ਇੰਟਰਵਿਊ ਅਗਰ ਕਲੀਅਰ ਨਹੀਂ ਹੋਈ ਬੱਚੇ ਦੀ +2 ਤੋਂ ਬਾਅਦ 'ਚੋਂ ਇੰਟਰਵਿਊ ਕਲੀਅਰ ਹੋਣ ਦੇ ਚਾਂਸਸ ਜਿਹੜੇ ਆ ਉਹ ਘੱਟ ਹੁੰਦੇ ਆ। ਇਸ ਕਰਕੇ ਫਿਰ ਅਸੀਂ ਇਸ +2 ਤੋਂ ਬਾਅਦ 'ਚੋਂ ਵਾਲੇ ਨੂੰ ਕੰਮ ਖਤਮ ਕਰ ਦਿੱਤਾ ਉੱਥੇ। ਅਮਨ ਕੌਰ BSc ਨਰਸਿੰਗ ਵਿਦਾਊਟ ਐਕਸਪੀਰੀਅੰਸ ਵਰਕ ਵੀਜ਼ਾ ਨਹੀਂ, ਵਿਦਾਊਟ ਐਕਸਪੀਰੀਅੰਸ ਵਰਕ ਵੀਜ਼ਾ ਨਹੀਂ ਮਿਲੇਗਾ। ਹਾਂ ਯੈਸ, ਅਗਰ ਤੁਸੀਂ ਸਾਲ ਕੁ ਦਾ ਜਾਂ 6 ਮਹੀਨੇ ਦਾ ਵੀ ਐਕਸਪੀਰੀਅੰਸ ਤੁਸੀਂ ਵਰਕਆਊਟ ਕਰ ਦਿੰਦੇ, ਕਿਉਂਕਿ ਤੁਹਾਡਾ BSc ਨਰਸਿੰਗ ਕਿਹੜੇ ਸੰਨ ਦੇ ਵਿੱਚ ਹੋਇਆ, ਅਗਰ ਤੇ 22 ਦੇ ਵਿੱਚ ਹੋਇਆ ਫਿਰ ਤੇ ਪੋਸੀਬਲ ਨਹੀਂ ਹੈਗਾ, ਅਗਰ ਤੁਹਾਡਾ 21 ਦੇ ਵਿੱਚ ਹੋਇਆ ਦੈਨ ਕੁਛ ਨਾ ਕੁਛ ਹੋ ਸਕਦਾ। ਤਰੁਣ ਸੋਤਾ ਦਾ ਕੁਐਸਚਨ ਹੈ, ਪਲੀਜ਼ ਕੰਟੈਕਟ ਮੀ। ਓਕੇ, ਆਈ ਐਮ ਰਨਿੰਗ ਮਾਈ ਕਲੀਨਿੰਗ ਯੈਟ ਫਰੋਮ ਪਾਸਟ 3 ਈਅਰ। ਠੀਕ ਹੈ ਤਰੁਣ ਜੀ, ਮੈਂ ਤੁਹਾਨੂੰ ਕਾਲ ਕਰਾਂਗਾ ਇਸ ਲਾਈਵ ਤੋਂ ਬਾਅਦ 'ਚੋਂ। ਟੋਟਲ ਕਾਸਟ ਆਫ ਨਰਸਿੰਗ ਵੀਜ਼ਾ ਵਿਦ ਫੈਮਿਲੀ, ਗੁਰਸਾਨ ਜੀ ਟੋਟਲ ਕਾਸਟ ਦੱਸਣੀ ਇੱਥੇ ਪੋਸੀਬਲ ਨਹੀਂ ਹੈਗੀ, ਬਿਕੋਜ਼ ਤਰ੍ਹਾਂ ਦੇ ਪੈਕੇਜਸ ਹੈਗੇ ਆ, ਵਿਦਾਊਟ ਮਤਲਬ ਇੰਸਟਾਲਮੈਂਟਸ ਦੇ ਵਿੱਚ ਵੀ ਆ, ਆਫਟਰ ਵੀਜ਼ਾ ਵੀ ਹੈ। ਅਗਰ ਤੁਸੀਂ ਇਹਦੇ ਵਿੱਚ ਇੰਟਰਸਟਡ ਹੈਗੇ ਆ ਤੇ ਦੈਨ ਯੂ ਮਸਟ ਵਿਜ਼ਿਟ ਆਵਰ ਆਫਿਸ। ਸਾਡੇ ਲੱਗੇ ਹੋਏ ਵੀਜ਼ਾਸ ਦੇਖੋ, ਸਾਡੇ ਜਿਹੜੇ ਟੈਸਟੀਮੋਨੀਅਲਸ ਲੋ ਕਲਾਇੰਟਸ ਦੇ ਜਿਹੜੇ ਆਲਰੇਡੀ UK ਚਲ ਗਏ, ਇਸ ਚੀਜ਼ ਦੇ ਵਿੱਚ ਆਲਰੇਡੀ ਕਮਾ ਰਹੇ ਪੈਸੇ, ਉਹ ਪਹਿਲੇ ਸਾਲ ਦੇ ਵਿੱਚ ਉਹਨਾਂ ਨੂੰ 1.5 ਤੋਂ 2 ਲੱਖ ਰੁਪਏ ਦੀ ਅਰਨਿੰਗ ਹੁੰਦੀ ਹੈ ਜਿਹੜੀ ਪਹਿਲੇ ਮਹੀਨੇ ਦੇ ਵਿੱਚ। ਦੈਨ ਯੂ ਵਿਲ ਫਾਈਂਡ ਕਿ ਜਿਹੜੀਆਂ ਸਾਡੀਆਂ ਸਰਵਿਸਿਜ਼ ਹੈ ਉਹ ਕਿੰਨੀਆਂ ਇੰਪੋਰਟੈਂਟ ਹੈ, ਕਿੰਨੀਆਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਸਾਡੀਆਂ। ਸਰ, ਜੋ ਤੁਹਾਡੇ ਸਟੂਡੈਂਟ ਦੇ ਇੰਟਰਵਿਊ ਯੂਨੀਵਰਸਿਟੀ ਇੰਟਰਵਿਊ ਕਲੀਅਰ ਹੋਏ ਆ, ਕਿੰਨਾ ਟਾਈਮ ਹੁੰਦੀ ਪਈ ਹੈ ਇੰਟਰਵਿਊ? ਅੱਜ ਮੇਰੀਆਂ 5 ਇੰਟਰਵਿਊ ਸੀਗੀਆਂ, ਅਰਾਊਂਡ 45 ਮਿੰਟ ਟੂ 1 ਆਵਰ ਦੀ ਇੰਟਰਵਿਊ ਸੀਗੀ। ਅੱਜ ਪੰਜੇ ਬੱਚੇ ਅੱਜ ਪਾਸ ਹੋਏ ਆ ਸਾਡੇ, ਸ਼ਾਮ ਤੱਕ ਉਹਨਾਂ ਦੇ ਸਾਨੂੰ ਰਿਪੋਰਟ ਆ ਜਾਂਦੀ ਹੈ। ਗੁਰਸਾਨ ਸਰ, ਸੋ ਦਿਸ ਇਜ਼ ਦਾ ਇਹ ਟੋਟਲ ਹੈਗਾ। ਮੈਂ ਅਗਲੇ ਕੁਝ ਦਿਨ ਬਾਅਦ ਲਾਈਵ ਹੋਊਂਗਾ ਫॉर ਕੈਨੇਡਾ PR, ਕੈਨੇਡਾ ਸਟੂਡੈਂਟ ਵੀਜ਼ਾ। ਕੈਨੇਡਾ PR ਦੇ ਵਿੱਚ ਵੀ ਸਾਡੇ ਕੋਲ ਜਿਹੜੇ ਬੱਚੇ ਨਰਸਿੰਗ ਦੇ ਵਿੱਚ ਹੈਗੇ ਉਹ ਕੈਨੇਡਾ PR ਦੇ ਲਈ ਵੀ ਅਪਲਾਈ ਕਰ ਸਕਦੇ ਆ। ਕੈਨੇਡਾ PR ਦਾ ਰਿਜ਼ਲਟ ਵੀ ਇਸ ਵੇਲੇ, ਪਹਿਲਾਂ ਬਹੁਤ ਡਿਲੇ ਸੀਗਾ, ਬਟ ਹੁਣ ਫਿਰ ਵੀ 1 ਸਾਲ ਦਾ ਪ੍ਰੋਸੈਸ ਹੈਗਾ ਹੀ ਹੈਗਾ। ਅਗਰ ਕੋਈ ਤੁਹਾਨੂੰ ਕਹਿ ਦੇ ਕਿ 2-4 ਮਹੀਨੇ 'ਚ ਵਿੱਚ ਤੁਹਾਨੂੰ ਕੈਨੇਡਾ ਦੀ
ਆਈਦਰ ਵਰਕ ਪਰਮਿਟ ਆਈਦਰ PR ਇਨ ਨਰਸਿੰਗ ਦੇ ਵਿੱਚ ਦਵਾ ਦੇਗਾ। ਦੈਟ ਇਜ਼ ਨੈਕਸਟ ਟੂ ਇੰਪੋਸੀਬਲ। ਯੈਸ, ਅਗਰ ਸਾਲਕ ਦਾ ਤੁਸੀਂ ਅਗਰ ਕੈਨੇਡਾ ਵੀ ਲਈ ਵੀ ਇੰਟਰਸਟਡ ਹੋ ਦੈਨ ਵੀ ਅਸੀਂ ਹਰਨਿਲ ਓਵਰਸੀਜ਼ ਤੁਹਾਨੂੰ ਇਹਦੇ ਲਈ ਸਰਵਿਸਿਜ਼ ਦੇ ਸਕਦਾ। ਕੈਨੇਡਾ ਦੀ ਉੱਥੇ ਵੀ ਤੁਹਾਨੂੰ ਜੌਬ ਆਫਰ ਦੇ ਨਾਲ ਅਗਰ ਬੈਂਡ, ਕਿਉਂਕਿ ਅਗਰ 7 ਇੰਚ ਨਹੀਂ ਵੀ ਹੈਗੇ 777-8 ਦੈਨ ਵੀ 5.5 6 ਬੈਂਡ ਦੇ ਨਾਲ ਤੁਸੀਂ ਕੈਨੇਡਾ ਦੀ PR ਵੀ ਲੈ ਸਕਦੇ। ਥੋੜੇ ਦਿਨ ਬਾਅਦ ਮੈਂ ਜਿਹੜਾ ਤੁਹਾਡੇ ਨਾਲ ਲਾਈਵ ਹੋਊਗਾ ਦੈਟ ਇਜ਼ ਸਕਿੱਲ ਵੀਜ਼ਾ ਤੇ ਅਸੀਂ ਕਰ ਹੀ ਰਹੇ ਹਾਂ। ਸਕਿੱਲ ਵੀਜ਼ਾ ਦੇ ਵਿੱਚ ਮੈਂ ਤੁਹਾਨੂੰ ਦੱਸ ਸਕਾਂ ਨਰਸਿੰਗ ਹੈਲਥ ਕੇਅਰ ਵਾਲੇ, ਹੈਲਥ ਕੇਅਰ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ANM GNM BSc ਨਰਸਿੰਗ, ਫਿਰ ਫਿਜ਼ੀਓਥੈਰੇਪਿਸਟ, ਫਿਰ OT ਟੈਕਨੀਸ਼ੀਅਨ, ਫਿਰ ਲੈਬ ਟੈਕਨੀਸ਼ੀਅਨਸ ਐਂਡ ਅੱਗੇ ਵਾਰੀ ਆ ਜਾਂਦੀ ਹੈ BAMS ਡਾਕਟਰ, MBBS ਡਾਕਟਰ, MDs ਡਾਕਟਰ, ਇਹ ਵੀ ਅਪਲਾਈ ਕਰ ਸਕਦੇ ਆ। ਕਾਰ ਡੈਂਟਿੰਗ ਪੇਂਟਿੰਗ ਦੇ ਵਿੱਚ ਅਗਰ ਕੋਈ ਅਪਲਾਈ ਕਰਨਾ ਚਾਹੁੰਦਾ, ਅਗਰ ਕੋਈ ਬੱਚਾ +2 ਹੈ, 5.5 ਬੈਂਡ ਹੈਗੇ ਆ ਔਰ ਕਾਰ ਦੀ ਡੈਂਟਿੰਗ ਪੇਂਟਿੰਗ ਦੀ ਉਹਦੇ ਕੋਲ ਐਕਸਪੀਰੀਅੰਸ ਹੈਗਾ ਕੋਈ, ਤੇ ਉਹ ਵੀ ਇਹਦੇ ਵਿੱਚ ਸਕਿੱਲ ਵਰਕਰ 'ਚ ਅਪਲਾਈ ਕਰ ਸਕਦਾ। ਕੁਝ ਵੈਕੈਂਸੀ ਸੀਗੀਆਂ ਜਿਹੜੀਆਂ ਫਿਲ ਹੋ ਗਈਆਂ, ਦੈਟ ਇਜ਼ ਇੱਕ ਲੈਕਚਰਰ ਦੀ ਸੀਗੀ, ਬਟ ਲੈਕਚਰਰ ਅਸੀਂ ਹੋਰ ਵੈਕੈਂਸੀ ਸਾਡੇ ਕੋਲ ਆ ਰਹੀਆਂ। ਫਿਰ ਇੱਕ ਸਾਡੇ ਕੋਲ ਸੀ ਡੇਅਰੀ ਫਾਰਮਿੰਗ, ਉਹਦੇ ਵਿੱਚ ਵੀ ਸਾਡੇ ਕੋਲ ਵੈਕੈਂਸੀ ਫਿਲ ਹੋ ਗਈ ਆ ਆਲਰੇਡੀ, ਕਿਉਂਕਿ ਵੈਕੈਂਸੀ ਥੋੜ੍ਹੀਆਂ ਸੀਗੀਆਂ ਉਹ ਜਲਦੀ ਫਿਲ ਹੋ ਗਈਆਂ, ਇਸ ਕਰਕੇ ਅਸੀਂ ਉਹਦੀ ਪ੍ਰਮੋਸ਼ਨ ਕਰਨ ਦੀ ਵੀ ਲੋੜ ਨਹੀਂ ਪਈ ਸਾਨੂੰ। ਸੋ ਨੈਕਸਟ after few days I will be live on startup visa। startup visa ਜੋ ਸਾਰੇ ਬੱਚੇ ਜਿਹੜੇ +2 ਹੈ ਔਰ ਕੋਈ ਐਕਸਪੀਰੀਅੰਸ ਜ਼ਿਆਦਾ ਨਹੀਂ ਹੈਗਾ ਬਟ ਉੱਥੇ ਆ ਕੇ ਆਪਣਾ ਸਟਾਰਟਅਪ ਕਰਨਾ ਚਾਹੁੰਦੇ ਆ, ਔਰ ਕਾਸਟ ਉਹਨਾਂ ਦੀ ਸਕਿੱਲ ਵਰਕਰ ਵੀਜ਼ਾ ਦੇ ਵਿੱਚ ਹੀ ਰਹੇਗੀ। ਕਹਿਣ ਤੋਂ ਭਾਵ ਅਸੀਂ ਉਹ 'ਚ ਜੌਬ ਨਹੀਂ ਦਿਆਂਗੇ, ਜੌਬ ਤੁਸੀਂ ਆਪ ਲੱਭਣੀ ਪਏਗੀ ਤੁਹਾਨੂੰ, ਬਟ ਵੀ ਕੈਨ ਆਫਰ ਯੂ 3 year ਵਰਕ ਵੀਜ਼ਾ ਵਿਦਆਊਟ ਜੌਬ, ਦੈਟ ਇਜ਼ ਅ ਸਟਾਰਟਅਪ ਵੀਜ਼ਾ। ਦੈਨ ਇਨੋਵੇਟਰ ਵੀਜ਼ਾ ਹੈਗਾ, ਦੈਟ ਇਜ਼ ਆਫਟਰ ਇਨੋਵੇਟਰ ਵੀਜ਼ਾ ਵੀ ਸੇਮ ਹੈ ਕਿ ਤੁਹਾਨੂੰ ਉੱਥੇ ਜਾ ਕੇ ਕੋਈ ਐਸੀ ਕੰਮ ਕਰਨਾ ਜਿਹੜਾ ਬੜਾ ਇਨੋਵੇਟਿਵ ਹੋਵੇ, ਕੰਪਨੀ ਉੱਥੇ ਦੀ ਕੰਟਰੀ ਨੂੰ ਬਹੁਤ ਫਾਇਦਾ ਕਰੇ। ਕਮਲ ਦਾ ਕੁਐਸਚਨ ਹੈ UK ਐਮਬੈਸੀ ਕਿਵੇਂ ਦੇ ਰਿਜ਼ਲਟ ਦੇ ਰਹੀ ਹੈ ਹੁਣ? 100% ਰਿਜ਼ਲਟ ਆ ਰਿਹਾ ਕਮਲ, 100%। ਟੁਡੇ ਵੀ ਗੋਟ 2 ਪਾਸਪੋਰਟਸ, ਚਾਹੇ ਉਹ ਸਕਿੱਲ ਵਰਕਰ ਵੀਜ਼ਾ ਚਾਹੇ ਉਹ ਸਟੂਡੈਂਟ ਵੀਜ਼ਾ, ਇਸ ਵੇਲੇ ਤੱਕ 100% ਰਿਜ਼ਲਟ ਹੈ, ਨੋ ਵਰੀ ਇਨ ਰਿਜ਼ਲਟਸ। ਔਰ UK ਜਿਹੜੇ ਬੱਚੇ ਜਾਣਾ ਚਾਹੁੰਦੇ ਆ, ਦੋਸਤੋ ਇੱਕ ਮੈਂ ਤੁਹਾਨੂੰ ਨਾਲ ਫੈਕਟ ਸ਼ੇਅਰ ਕਰ ਦਿੰਦਾ। ਗੁਰੀ ਸਾਹਿਬ ਡੇਅਰੀ ਫਾਰਮਿੰਗ ਦੇ ਪੋਸਟ ਇਸ ਵੇਲੇ ਨਹੀਂ ਹੈਗੀ ਸਾਡੇ ਕੋਲ ਕੋਈ, ਸੋ ਰਿਕੁਆਇਰਮੈਂਟ ਤੇ ਇਹੀ ਸੀ ਜੋ ਮੱਝਾਂ ਗਾਵਾਂ ਤੁਸੀਂ ਅਗਰ ਘਰ 'ਚ ਹੈਗੀਆਂ ਤੁਸੀਂ ਉਹਨਾਂ ਨੂੰ ਹੈਂਡਲ ਕਰ ਰਹੇ ਹੋ, ਤੇ 5 ਬੈਂਡ ਸੀਗੇ ਬਟ ਉਹ ਪੋਸਟਾਂ ਥੋੜ੍ਹੀਆਂ ਸੀ, 5-7 ਹੀ ਸੀਗੀਆਂ ਤੇ ਉਹ ਸਾਡੀਆਂ ਫਿਲ ਹੋ ਗਈਆਂ। ਤੇ ਸੋ ਇਸ ਵੇਲੇ ਅਸੀਂ ਉਹਦੀ ਪ੍ਰਮੋਸ਼ਨ ਨਹੀਂ ਕਰ ਰਹੇ। ਹਾਂ, ਨਵੀਂ ਕੋਈ ਆਏਗੀ ਤੇ ਫਿਰ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। GNM 2 year ਐਕਸਪੀਰੀਅੰਸ 5 ਸਾਲ 5 ਬੈਂਡ ਆਈ ਕੈਨ ਅਪਲਾਈ, ਬਿਲਕੁਲ 5 ਬੈਂਡ UK ਵੀਜ਼ਾ ਦੇ ਹੋਣੇ ਚਾਹੀਦੇ, ਤੁਸੀਂ ਅਪਲਾਈ ਕਰ ਸਕਦੇ ਹੋ ਰੀਗਾ ਜੀ, ਔਰ UK ਬਿਲਕੁਲ ਤੁਸੀਂ ਫੈਮਿਲੀ ਦੇ ਨਾਲ ਅਪਲਾਈ ਕਰ ਸਕਦੇ ਹੋ, ਨੋ ਇਸ਼ੂਜ਼, ਔਰ 3 ਤੋਂ 5 ਮਹੀਨੇ ਦੇ ਵਿੱਚ ਤੁਸੀਂ ਯੂ ਕੈਨ ਗੈਟ ਦਾ ਵੀਜ਼ਾ। ਸੋ ਇਨੋਵੇਟਰ ਵੀਜ਼ਾ ਤੇ ਸਟਾਰਟਅਪ ਵੀਜ਼ਾ ਦੀ ਡਿਟੇਲ ਲੈ ਕੇ ਮੈਂ ਹਾਜ਼ਰ ਹੋਵਾਂਗਾ ਤੁਹਾਡੇ ਨਾਲ ਅਗਲੇ ਹਫਤੇ। ਅੱਜ ਦੇ ਦਿਨ ਦੇ ਲਈ ਮੈਂ ਇੱਕ ਚੀਜ਼ ਕਹਿਣਾ ਚਾਹ ਰਿਹਾ ਸੀ ਕਿ UK ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ, UK ਨੇ ਜਦੋਂ 2018 'ਚ ਸਟਾਰਟ ਕੀਤਾ, 2018 ਦੇ ਵਿੱਚ UK ਨੇ ਇਹ ਕਿਹਾ ਕਿ ਪਹਿਲਾਂ ਅਸੀਂ 10 ਘੰਟੇ ਦਾ, ਕਿਉਂਕਿ ਉੱਥੇ ਦੀਆਂ ਯੂਨੀਵਰਸਿਟੀਆਂ ਦੇ ਹਾਲਾਤ ਬੁਰੇ ਹੋ ਗਏ, ਉੱਥੇ ਦੇ ਬਿਜ਼ਨਸ ਦੇ ਹਾਲਾਤ ਬੁਰੇ ਹੋ ਗਏ, ਕਿਉਂਕਿ ਬ੍ਰੈਗਜ਼ਿਟ ਤੋਂ ਬਾਅਦ 'ਚੋਂ ਜਦੋਂ ਇਹ ਯੂਰਪ ਤੋਂ ਐਗਜ਼ਿਟ ਹੋਇਆ, ਜਿਹਨੂੰ ਬ੍ਰੈਗਜ਼ਿਟ ਕਹਿੰਦੇ ਆ, ਵਰਡ ਬ੍ਰੈਗਜ਼ਿਟ ਯੂਜ਼ ਕਰਦੇ, ਬ੍ਰੈਗਜ਼ਿਟ ਤੋਂ ਬਾਅਦ 'ਚੋਂ UK ਦੇ ਵਿੱਚ ਲੇਬਰ ਦੀ ਬਹੁਤ ਜ਼ਿਆਦਾ ਕਮੀ ਹੋ ਗਈ, ਸਟੂਡੈਂਟਸ ਦੀ ਬਹੁਤ ਸਾਰੀ ਕਮੀ ਹੋ ਗਈ, ਤੇ ਉਸ ਬਿਜ਼ਨਸਮੈਨਸ ਨੇ ਐਂਡ ਯੂਨੀਵਰਸਿਟੀਜ਼ ਨੇ ਗਵਰਨਮੈਂਟ ਨੂੰ ਪ੍ਰੈਸ਼ਰ ਕੀਤਾ ਕਿ ਸਾਨੂੰ ਸਟੂਡੈਂਟ ਤੇ ਲੇਬਰ ਬਾਹਰੋਂ ਮੰਗਾ ਦਿਓ। ਦੈਨ ਉਹਨਾਂ ਨੇ ਇਹ ਵੀਜ਼ਾ ਸਟਾਰਟ ਕੀਤਾ, ਸਟੂਡੈਂਟ ਵੀਜ਼ਾ, ਕਿਉਂਕਿ ਸਟੂਡੈਂਟ ਵੀਜ਼ਾ 'ਚ ਲੇਬਰ ਵੀ ਆਉਂਦੀ ਆ, ਪੈਸਾ ਵੀ ਆਉਂਦਾ, ਯੂਨੀਵਰਸਿਟੀਆਂ ਵੀ ਭਰ ਜਾਂਦੀਆਂ, ਔਰ UK ਤਾਂ ਕੋਈ ਜੌਬ ਹੀ ਨਹੀਂ ਮਿਲਦੀ। ਰਵੀ ਜੀ, ਜੇ ਕੋਈ ਬੱਚਾ UK ਦੇ ਵਿੱਚ ਆਲਰੇਡੀ ਹੈਗਾ ਔਰ ਜੌਬ ਨਹੀਂ ਮਿਲਦੀ ਤੇ ਉਹ ਵੀ ਸਾਨੂੰ ਤੁਸੀਂ ਦਿਓ, ਅਸੀਂ ਉਹਨੂੰ ਜੌਬ ਲੈ ਕੇ ਦੇਵਾਂਗੇ। ਤੇ ਸਕਿੱਲ ਵਰਕਰ ਵੀਜ਼ਾ, ਆ ਜਿਹੜੇ ਮੈਂ ਹੁਣ ਅੱਜ 2 ਵੀਜ਼ਾਸ ਤੁਹਾਨੂੰ ਦਿਖਾ ਰਿਹਾ, ਇਹਨਾਂ ਦੇ ਕੋਲ 20 ਲੱਖ ਰੁਪਏ ਸਾਲ ਦੀ ਜੌਬ ਹੈ, ਔਰ ਜਿਹੜੇ ਬੱਚੇ ਆਲਰੇਡੀ ਅਸੀਂ ਸਕਿੱਲ ਵਰਕਰ ਵੀਜ਼ਾ ਦੇ ਭੇਜ ਚੁੱਕੇ ਉਹ ਜਾ ਕੇ ਜੌਬ ਕਰ ਰਹੇ ਨੇ। ਸੋ ਮੈਂ ਸ਼ੁਰੂਆਤ ਇੱਥੋਂ ਕੀਤੀ ਸੀ, ਲੈਕ ਆਫ ਨੌਲੇਜ ਆ ਨਾ ਜਿਹੜੀ, ਜਾਂ ਅਸੀਂ ਆਪਣੇ ਆਪ ਨੂੰ ਸਮਝਦੇ ਕਿ ਨਹੀਂ ਸਾਨੂੰ ਜ਼ਿਆਦਾ ਪਤਾ, ਇਹੋ ਹੀ ਇੱਕ ਸ਼ੁਰੂ ਤੋਂ ਹੀ ਹੈਗਾ ਕਿ ਆਪਾਂ ਨੂੰ ਇਹ ਲੱਗਦਾ ਕਿ UK ਕੰਮ ਨਹੀਂ ਹੈਗਾ, UK ਪੱਕੇ ਨਹੀਂ ਕਰਦਾ, UK ਧੱਕੇ ਆ, UK ਜੇ ਪਰ ਇਹ ਚੀਜ਼ ਬ੍ਰੈਗਜ਼ਿਟ ਤੋਂ ਬਾਅਦ 'ਚੋਂ ਖਤਮ ਹੋ ਗਈ ਹੈ, ਕਿਉਂਕਿ UK ਨੂੰ ਇਸ ਵੇਲੇ ਬਹੁਤ ਸਾਰੀ ਲੋੜ ਸੀਗੀ, ਪਰ ਪਿਛਲੇ 3 ਸਾਲ ਤੋਂ UK ਦਾ ਜੋ ਮੈਂ ਪੜ੍ਹਿਆ ਸੀ ਅੱਜ ਤੋਂ 18 ਦੇ ਵਿੱਚ UK ਨੇ ਜਦੋਂ ਸਟੂਡੈਂਟ ਵੀਜ਼ਾ ਸਟਾਰਟ ਕੀਤਾ ਤੇ UK ਨੇ ਇੱਕ ਪ੍ਰੋਵੀਜ਼ਨ ਇਹ ਰੱਖੀ ਸੀ ਕਿ ਅਸੀਂ ਹਰ ਸਾਲ 40 ਤੋਂ 50 ਹਜ਼ਾਰ ਵੀਜ਼ਾ ਦੇਣਾ, ਸਟੂਡੈਂਟ ਵੀਜ਼ਾ,
ਤੇ ਅਗਲੇ 10 ਸਾਲ ਦੀ ਦੇਣਾ। ਕਹਿਣ ਤੋਂ ਭਾਵ ਕਿ ਜਿਹੜਾ ਉਹਨਾਂ ਦਾ ਕੋਟਾ ਸੀਗਾ, ਰੀਆ ਮੈਂ ਤੁਹਾਨੂੰ ਰਿਪਲਾਈ ਕਰ ਚੁੱਕਾ, ਤੁਸੀਂ ਅਪਲਾਈ ਕਰ ਸਕਦੇ ਹੋ। GNM 2 ਈਅਰ ਐਕਸਪੀਰੀਅੰਸ 5 ਬੈਂਡ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ, ਬਟ 5 ਬੈਂਡ ਅਗਰ UK VI ਦੇ ਵਿੱਚ ਹੈ। ਅਗਰ 5 ਬੈਂਡ ਤੁਹਾਡੇ ਜਨਰਲ ਅਕੈਡਮਿਕ ਜਾਂ ਜਨਰਲ ਦੇ ਵਿੱਚ ਹੈ, ਦੈਨ ਤੁਹਾਨੂੰ ਰਿਪੀਟ ਕਰਨਾ ਪਏਗਾ ਇਹ। ਆਈ ਹੋਪ ਤੁਸੀਂ ਇਹਦੇ ਨਾਲ ਸੈਟੀਸਫਾਈਡ ਹੋਵੋਗੇ। ਮੈਂ ਜਿਹੜੀ ਗੱਲ ਕਹਿ ਰਿਹਾ ਕਿ UK ਨੇ 2018 ਦੇ ਵਿੱਚ ਇਹ ਕਿਹਾ ਸੀ ਕਿ ਅਸੀਂ 40 ਤੋਂ 50 ਹਜ਼ਾਰ ਵੀਜ਼ਾ ਦੇਵਾਂਗੇ ਸਾਲ ਦਾ ਅਗਲੇ 10 ਸਾਲ ਲਈ, ਤਾਂ ਕਿ ਉਹਨਾਂ ਦਾ ਜਿਹੜਾ ਕੋਟਾ ਸੀਗਾ ਵੀਜ਼ਾ ਦਾ, ਦੈਟ ਇਜ਼ 4 ਤੋਂ 5 ਲੱਖ ਪਰ 40 ਹਜ਼ਾਰ ਕਰਕੇ। ਪਰ ਦੋਸਤੋ ਇਹਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਪਿਛਲੇ 20, 21 ਐਂਡ 22 ਦੇ ਵਿੱਚ ਵੀ 2 ਲੱਖ ਵੀਜ਼ਾ ਦਿੱਤਾ UK ਨੇ, 21 ਦੇ ਵਿੱਚ ਵੀ 2 ਲੱਖ ਵੀਜ਼ਾ ਦਿੱਤਾ, ਐਂਡ 22 ਦੇ ਵਿੱਚ ਜਦੋਂ ਇਹਦਾ ਐਂਡ ਦਾ ਰਿਜ਼ਲਟ ਆਏਗਾ ਤੇ 2 ਲੱਖ ਪਲੱਸ ਹੋਏਗਾ। ਸੋ ਜਿਹੜਾ UK ਦਾ ਕੋਟਾ ਸੀਗਾ ਵੀਜ਼ਾ ਦੇਣ ਦਾ 10 ਸਾਲਾਂ ਦਾ, ਉਹ ਕੰਪਲੀਟ ਹੋ ਗਿਆ। ਅਗਰ ਤੁਹਾਨੂੰ ਯਾਦ ਹੋਏਗਾ ਕਿ UK ਨੇ 12 ਤੋਂ ਬਾਅਦ ਚ ਬੰਦ ਕੀਤਾ ਸੀ ਤੇ 18 ਚ ਖੋਲਿਆ ਸੀ। ਤੇ ਹੁਣ ਵੀ ਮੇਰੀ ਇਹ ਗੱਲ ਯਾਦ ਕਰ ਲਓ, ਜਿਹੜੇ ਬੱਚੇ UK ਅੱਜ ਕਹਿੰਦੇ ਪਏ ਆ ਨਾ ਕਿ UK ਅਸੀਂ ਨਹੀਂ ਜਾਣਾ ਜਾਂ UK ਅਸੀਂ ਕੁਝ ਨਹੀਂ ਹੈਗਾ, ਅਗਲੇ 6 ਸਾਲ UK ਨੇ ਵੀਜ਼ਾ ਨਹੀਂ ਦੇਣਾ। ਤੇ ਜਿਹੜਾ ਹੁਣ ਨਿਕਲ ਗਿਆ ਚਲ ਗਿਆ, ਠੀਕ ਹੈ। ਉਸ ਤੋਂ ਬਾਅਦ ਚੋਂ ਅਗਲੇ ਕੰਟਰੀਆਂ ਹੋਰ ਦੇਖਣੀਆਂ ਪੈਣਗੀਆਂ, ਜਸਟ ਲਾਈਕ ਨਿਊਜ਼ੀਲੈਂਡ ਵਿਲ ਗੋਇੰਗ ਸਟਾਰਟ ਇਨ ਦਾ ਐਂਡ ਆਫ ਦਿਸ ਈਅਰ। ਸਪਟੈਂਬਰ ਤੋਂ ਬਾਅਦ ਚੋਂ ਤੁਹਾਨੂੰ ਨਿਊਜ਼ ਮਿਲਣੀ ਸ਼ੁਰੂ ਹੋਏਗੀ, ਐਡ ਦਿਖਣੀ ਬੰਦ ਹੋ ਜਾਏਗੀ, UK ਦੀ ਘੱਟ ਤੇ ਨਿਊਜ਼ੀਲੈਂਡ ਦੀ ਜ਼ਿਆਦਾ। ਇਹ ਮੈਂ ਤੁਹਾਨੂੰ ਅੱਜ ਹੀ ਭਵਿੱਖਬਾਣੀ ਕਰ ਰਿਹਾ। ਇਹਦੀ ਲਾਈਵ ਜਿਹੜੀ ਹੈਗੀ ਆ ਉਹ ਨੋਟ ਕਰ ਲਓ। ਇਹ ਅੱਜ ਤੋਂ ਤੁਸੀਂ 6 ਮਹੀਨੇ ਬਾਅਦ ਜਦੋਂ ਮੇਰਾ ਲਾਈਵ ਦੇਖੋਗੇ, ਯੂ ਵਿਲ ਰੀਅਲਾਈਜ਼ ਕਿ ਯਾਰ ਇਸ ਬੰਦੇ ਨੇ 6 ਮਹੀਨੇ ਪਹਿਲਾਂ ਕਹਿਤਾ ਸੀਗਾ ਕਿ UK ਬੰਦ ਹੋ ਰਿਹਾ ਤੇ ਨਿਊਜ਼ੀਲੈਂਡ ਸਟਾਰਟ ਹੋ ਰਿਹਾ। ਅੱਜ ਕੋਈ ਐਡ ਤੁਹਾਨੂੰ ਨਿਊਜ਼ੀਲੈਂਡ ਦੀ ਨਹੀਂ ਦਿਖਦੀ ਹੋਏਗੀ, ਤੁਹਾਨੂੰ ਅਗਲੇ 3-4 ਮਹੀਨੇ ਬਾਅਦ ਨਿਊਜ਼ੀਲੈਂਡ ਦੀ ਐਡ ਦਿਖਾਈ ਦੇਣੀ ਸ਼ੁਰੂ ਹੋ ਜਾਏਗੀ। ਅਵਤਾਰ ਸਿੰਘ ਦਾ ਕੁਐਸਚਨ ਹੈ, ਸਕਿੱਲ ਵਰਕਰ ਵੀਜ਼ਾ ਦੀ ਕੋਸਟ ਕੀ ਹੈ? ਕੋਸਟ ਅਵਤਾਰ ਸਿੰਘ ਜੀ ਅਸੀਂ ਤੁਹਾਨੂੰ ਇੱਥੇ ਔਨ 에ਅਰ ਨਹੀਂ ਦੱਸ ਸਕਦੇ। ਇਹਦੇ ਲਈ ਤੁਹਾਨੂੰ ਸਾਡੇ ਆਫਿਸ ਵਿਜ਼ਿਟ ਕਰਨਾ ਪਏਗਾ। ਅਗਰ ਤੁਹਾਡੀ ਐਲੀਜੀਬਿਲਟੀ ਹੈਗੀ ਆ, ਤੁਸੀਂ ਰੀਅਲੀ ਇੰਟਰਸਟਡ ਹੈਗੇ ਆ, ਤੇ ਸਾਡੇ ਆਫਿਸ ਆਓ ਤੇ ਤੁਸੀਂ ਸਾਡੇ ਜਿਹੜੇ ਹੈਗੇ ਆ ਅਗਲੀ ਡਿਟੇਲਸ ਲਓ ਪ੍ਰੋਸੈਸ ਮੈਂ ਦੱਸ ਦਿੱਤਾ। 3 ਤੋਂ 4-4.5 ਮਹੀਨੇ ਲੱਗਣਗੇ। ਇੰਟਰਵਿਊ ਹੈ ਸਭ ਤੋਂ ਪਹਿਲੀ ਸਟੇਜ। ਇੰਟਰਵਿਊ ਦੀ ਪ੍ਰੈਪਰੇਸ਼ਨ ਅਸੀਂ ਕਰਾਉਂਦੇ ਆ। ਇੰਟਰਵਿਊ ਤੋਂ ਬਾਅਦ ਚੋਂ ਆਫਰ ਲੈਟਰ ਤੇ ਦੈਨ COS ਹੈ। COS ਤੋਂ ਬਾਅਦ ਚੋਂ ਜਿਹੜੀ ਫਾਈਲ ਲੱਗੀ ਆ ਜਿਹੜੀ ਹੁਣ 2 ਮੇਰੇ ਕੋਲ ਵੀਜ਼ਾ ਜਿਹੜੇ ਹੈਗੇ ਆ, ਇੱਕ ਬੱਚੇ ਦੀ ਫਾਈਲ ਲੱਗੀ ਸੀ 4 ਤਰੀਕ ਨੂੰ, ਦੂਜੇ ਬੱਚੇ ਦੀ ਲੱਗੀ ਸੀ 13 ਤਰੀਕ ਨੂੰ। ਦੋਨਾਂ ਦਾ ਰਿਜ਼ਲਟ ਸਾਡੇ ਕੋਲ ਅੱਜ ਆਇਆ। ਸੋ ਈਵਨ ਦੋ ਕਿ ਤੁਸੀਂ ਆਫਟਰ ਵੀਜ਼ਾ ਪੇਮੈਂਟ ਦੇ ਸਕਦੇ ਹੋ, ਸਾਨੂੰ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ। ਕਾਕਾ ਚਾਲ ਦਾ ਕੁਐਸਚਨ ਹੈ, ਸਰ BSc IELTS 6-5 points each ਜਨਰਲ ਐਕਸਪੀਰੀਅੰਸ ਟਿਲ ਡੇਟ। BSc ਦੇ ਨਾਲ ਤੁਸੀਂ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ ਜੀ ਚਾਹਲ ਸਾਹਿਬ। ਸੋ ਆਈ ਹੋਪ ਤੁਹਾਨੂੰ ਇਹ ਲਾਈਵ ਅੱਛਾ ਲੱਗਾ ਹੋਵੇਗਾ। ਅਗਰ ਅੱਛਾ ਲੱਗਾ ਤੇ ਇਸ ਪੇਜ ਨੂੰ ਚਾਹੇ ਇੰਸਟਾਗ੍ਰਾਮ ਤੇ ਦੇਖ ਰਹੇ ਹੋ, ਚਾਹੇ ਉਹ ਫੇਸਬੁੱਕ ਤੇ ਦੇਖ ਰਹੇ ਹੋ, ਲਾਈਕ ਕਰੋ, ਲੋਕਾਂ ਨਾਲ ਸ਼ੇਅਰ ਕਰੋ ਜਿਹੜੇ ਬੱਚੇ ਸਕਿੱਲ ਵਰਕਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਉਹ ਕਿਸੇ ਵੀ ਕੈਟਾਗਰੀ 'ਚ ਆ। ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਕਿ ਉਹਨਾਂ ਲਈ ਅਸੀਂ ਉੱਥੇ ਜੌਬ ਲੱਭ ਕੇ ਦਈਏ। ਉਮੀਦ ਹੈ ਲਾਈਵ ਅੱਛਾ ਲੱਗਾ ਹੋਵੇਗਾ। ਸਟੂਡੈਂਟ ਵੀਜ਼ਾ ਅਪਲਾਈ ਕਰਨਾ, ਉਹ ਵੀ ਵਿਦਆਊਟ ਆਇਲਸ, ਵਿਦਆਊਟ ਪੇਇੰਗ ਐਨੀਥਿੰਗ ਇਨ ਐਡਵਾਂਸ, ਤੁਸੀਂ ਸਾਡੇ ਕੋਲ ਆਫਟਰ ਵੀਜ਼ਾ ਅਪਲਾਈ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੇ ਦਿਨ ਲਈ ਇੰਨਾ ਹੀ। ਫਿਰ ਮੁਲਾਕਾਤ ਹੋਏਗੀ ਅਗਲੇ ਹਫਤੇ, ਔਰ ਨਵੀਂ ਚੀਜ਼ ਲੈ ਕੇ ਆਉਂਗਾ, ਸਟਾਰਟਅਪ ਵੀਜ਼ਾ, ਇਨੋਵੇਟਰ ਵੀਜ਼ਾ। ਔਰ ਉਹ ਸਾਰੇ ਬੱਚੇ ਜਿਹੜੇ ਨਾ ਸਕਿੱਲ ਵਰਕਰ ਵੀਜ਼ਾ 'ਚ ਜਾ ਸਕਦੇ ਆ, ਨਾ ਸਟੂਡੈਂਟ ਵੀਜ਼ਾ 'ਚ ਜਾ ਸਕਦੇ ਆ, ਔਰ ਮੇਰੀ ਗਰੰਟੀ ਆ ਉਹ ਸਾਰੇ ਬੱਚੇ ਸਟਾਰਟਅਪ ਵੀਜ਼ਾ ਤੇ ਇਨੋਵੇਟਰ ਵੀਜ਼ਾ 'ਚ ਜਾ ਸਕਦੇ ਆ। ਲਾਈਵ ਨੂੰ ਦੁਬਾਰਾ ਦੇਖਣ ਲਈ, ਨੋਟੀਫਿਕੇਸ਼ਨ ਲੈਣ ਲਈ ਪੇਜ ਨੂੰ ਲਾਈਕ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।